ਆ ਹੈਗਾ ਇਹ ਪਿਰਾਮਿਡ ਕ੍ਰਿਸਟਲ ਹੈ, ਠੀਕ ਹੈ। ਅੱਛਾ, ਇਹ ਪਿਰਾਮਿਡ ਕ੍ਰਿਸਟਲ ਜੇ ਹੁਣ ਮੈਂ ਤੁਹਾਡੇ ਇੱਥੇ ਟੱਚ ਕਰਦਾ, ਇੱਥੇ ਤੁਹਾਡੇ ਮੱਥੇ ਦੇ ਉੱਤੇ, ਇਹਨੇ ਕੀ ਕਰਨਾ, ਤੁਹਾਡੀ ਜਿੰਨੀ ਨੈਗੇਟਿਵ ਥੋਟਸ ਨੇ ਇਹਨੇ ਖਿੱਚਣੇ ਸ਼ੁਰੂ ਕਰ ਦੇਣੇ, ਮੈਗਨੇਟ ਦਾ ਕੰਮ ਕਰਨਾ ਇਹਨੇ। ਤੇ ਜਦੋਂ ਮੈਂ ਹੀਲਿੰਗ ਸ਼ੁਰੂ ਕਰਨੀ ਹੈ, ਜਿਹੜੇ ਖਿਆਲ ਨੇ ਪੋਜ਼ਿਟਿਵ ਹੋਣ ਲੱਗ ਜਾਣੇ ਆ। ਜੇ ਬ੍ਰੇਨ ਸਾਡਾ ਵੀਕ ਕੰਮ ਕਰਦਾ, ਮੈਂ ਬੁੱਝ ਰਹਿੰਦੇ ਹਾਂ, ਅਸੀਂ ਸੁੱਝਦਾ ਨਹੀਂ ਜਲਦੀ, ਇਹ ਚੀਜ਼ਾਂ ਫਿਰ ਹੈਲਪ ਕਰਦੀਆਂ। ਕਈ ਵਾਰ ਬੀਬੀਆਂ ਵੀ ਪਿੰਡਾਂ ਦੀਆਂ ਕਹਿ ਦਿੰਦੀਆਂ ਨੇ ਵੀ ਭਾਈ ਮੈਨੂੰ ਤਾਂ ਫਲਾਣੇ ਡਾਕਟਰ ਦੀ ਦਵਾਈ ਨਹੀਂ ਲੱਗੀ, ਇਸ ਤਾਂ ਬਥੇਰਾ ਖਾ ਕੇ ਦੇਖ ਲਿਆ, ਪਰ ਜੇ ਆਪਾਂ ਇਹ ਵਿੱਦਿਆ ਦੇ ਨਾਲ ਟਰੀਟ ਕਰਾਈਏ ਤਾਂ ਜਿਹੜੀ ਦਵਾਈ ਨਹੀਂ ਵੀ ਲੱਗਦੀ ਉਹ ਵੀ ਲੱਗ ਜੂ। ਜਿਹੜੀ ਇਹ ਵਿੱਦਿਆ ਹੈ ਇਹ ਜਾਪਾਨ ਤੋਂ ਆਈ ਹੋਈ ਵਿੱਦਿਆ, ਇਹ ਹਿੰਦੁਸਤਾਨ 'ਚ ਸੀਗੀ ਬਹੁਤ ਪਹਿਲਾਂ। ਹੁਣ ਜਿਹੜਾ ਜ਼ਿਆਦਾ ਪ੍ਰਭਾਵ ਇਹਦਾ ਹਿੰਦੁਸਤਾਨ ਦੇ ਵਿੱਚ ਜਾਪਾਨ ਤੋਂ ਟਰਾਂਸਫਰ ਹੋ ਰਿਹਾ। ਦੁਬਾਰਾ ਅਸੀਂ ਆਪਣੇ ਰੂਟਸ ਨਾਲ ਜੁੜਨਾ ਸ਼ੁਰੂ ਕਰ ਰਹੇ ਹਾਂ ਤੇ ਇਹਦੇ ਵਿੱਚ ਸਰੀਰ ਦੀ ਜਿੰਨੀ ਜਲਦੀ ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਊਗੀ ਕੁਦਰਤ ਦੀ, ਉਨੀ ਜਲਦੀ ਆਪਣੇ ਆਪ ਨੂੰ ਅਸੀਂ ਠੀਕ ਕਰ ਪਾਵਾਂਗੇ। ਪੀਜੀਆਈ ਵਰਗੇ ਵੱਡੇ ਵੱਡੇ ਜਾਂ ਆਪਾਂ ਕਹਿੰਦੇ ਏਮਸ ਵਰਗੇ ਦਿੱਲੀ ਦੇ ਵਿੱਚ ਵੱਡੇ ਵੱਡੇ ਹਸਪੀਟਲ ਬਣੇ ਨੇ, ਫਿਰ ਤਾਂ ਮੈਂ ਕਹਿੰਦਾ ਜੇ ਇਹ ਇੰਨੀ ਕਾਰਗਰ ਹੈ ਫਿਰ ਆਪਾਂ ਏਮਸ ਵਰਗੇ ਜਾਂ ਪੀਜੀਆਈ ਵਰਗੇ ਜਿਹੜੇ ਹਸਪੀਟਲ ਨੇ ਵੱਡੇ ਵੱਡੇ ਇਹਨਾਂ ਨੂੰ ਤਾਲੇ ਲਾ ਦਿੰਦੇ ਹਾਂ। ਮੈਂ ਫੇਰ ਕਹਿੰਦਾ ਕੋਈ ਜਾਦੂ ਨਹੀਂ ਹੈਗਾ, ਕੋਈ ਕਰਾਮਾਤ ਨਹੀਂ ਹੈਗੀ, ਇੱਕ ਟਰੀਟਮੈਂਟ ਹੈ ਇਹ। ਜੇ ਤੇ ਵਿਸ਼ਵਾਸ ਕਰੋਗੇ ਤੇ ਇਹ ਕੰਮ ਕਰਦੀ ਹੈ, ਨਹੀਂ ਤਾਂ ਆਪਾਂ ਡਾਕਟਰ ਵੀ ਬਥੇਰੇ ਬਦਲ ਦਿੰਦੇ ਨੇ, ਤਾਂ ਇਹ ਵੀ ਜੇ ਬਦਲਦਾ ਕੀ ਫਰਕ ਪੈਂਦਾ। ਜਿਹੜੇ ਪੜ੍ਹੇ ਲਿਖੇ ਲੋਕ ਨੇ ਨਾ, ਜਿਨ੍ਹਾਂ ਨੂੰ ਪਤਾ ਹੈ ਬੋਡੀ ਦੇ ਸਿਸਟਮ ਦੇ ਔਰੇ ਬਾਰੇ ਪਤਾ ਹੈ ਜਾਂ ਚੱਕਰਾਸ ਬਾਰੇ ਪਤਾ ਹੈ, ਉਹ ਇਹਨਾਂ ਤੇ ਵਿਸ਼ਵਾਸ ਕਰਦੇ ਤੇ ਉਹ ਚੱਲਦੇ ਵੀ। ਹੁਣ ਦੇਖੋ ਜਿੰਨੇ ਸੈਲੀਬ੍ਰਿਟੀਜ਼ ਨੇ ਸਾਡੇ ਜਾਂ ਜਿੰਨੇ ਹਾਈ ਪ੍ਰੋਫਾਈਲ ਬੰਦੇ ਨੇ, ਤੁਹਾਨੂੰ ਕੀ ਲੱਗਦਾ ਉਹ ਸਿਰਫ ਦਵਾਈਆਂ ਦੇ ਸਿਰ ਤੇ ਬੈਠੇ ਆ? ਉਹ ਸਾਰੇ ਹੀਲਿੰਗ ਕਰਾਉਂਦੇ ਆ, ਉਹ ਸਾਰੀ ਆਪਣੀ ਨੈਗੇਟਿਵਿਟੀ ਡਰੇਨ ਆਊਟ ਕਰਦੇ ਆ। ਇਹ ਵਿੱਦਿਆ ਕਿਤੇ ਮੈਂ 1-2 ਦਿਨਾਂ 'ਚ ਨਹੀਂ ਸਿੱਖੀ, ਵੀ ਹਫ਼ਤੇ ਸਿੱਖੀ, ਮੈਨੂੰ 10 ਸਾਲ ਹੋ ਗਏ ਇਸ ਲਾਈਨ ਦੇ ਵਿੱਚ। 10 ਸਾਲ ਦਾ ਐਕਸਪੀਰੀਅੰਸ ਹੋ ਗਿਆ, ਇੰਨੇ ਪੇਸ਼ੈਂਟਸ ਮੈਂ ਡੀਲ ਕਰ ਚੁੱਕਿਆ ਜਾਂ ਇੰਨੇ ਲੋਕਾਂ ਦੇ ਜਿਹੜੇ ਪ੍ਰੋਬਲਮ ਸੀਗੇ ਸੁਣੀਆਂ ਦੇਖੀਆਂ। ਫਿਰ ਇਹ ਹੀਲਿੰਗ ਦੇ ਨਾਲ ਹੀ ਉਹਨਾਂ ਦੇ ਜਦੋਂ ਅਪਲਾਈ ਕਰਨੀ ਸ਼ੁਰੂ ਕਰੀਆਂ, ਫਿਰ ਇਹਦੇ ਰਿਜ਼ਲਟਸ ਜਦੋਂ ਪੋਜ਼ਿਟਿਵ ਆਉਣ ਲੱਗੇ ਤੇ ਫਿਰ ਹੋਰ ਕੌਨਫੀਡੈਂਸ ਬਿਲਡਅਪ ਹੋਇਆ ਵੀ ਇਹਦੇ ਨਾਲ ਅਸੀਂ ਕਿਹੜੀ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹਾਂ ਤੇ ਕੀ ਕਿਸੇ ਦੀ ਹੈਲਪ ਕਰ ਸਕਦੇ ਹਾਂ। ਜਿੰਨੇ ਸਾਡੇ 7 ਚੱਕਰਾਸ ਬੈਲੈਂਸ ਰਹਿਣਗੇ, ਉਨਾ ਸਾਡਾ ਦੂਸਰਿਆਂ ਤੇ ਪ੍ਰਭਾਵ ਜਲਦੀ ਪਊਗਾ ਤੇ ਚੰਗਾ ਪਊਗਾ। ਹਮੇਸ਼ਾ ਉਹ ਸਾਨੂੰ ਸਾਡੇ ਮਗਰ ਲੱਗੇ ਰਹਿਣਗੇ, ਸਾਡੀ ਗੱਲ ਨੂੰ ਤਵੱਜੋ ਦੇਣਗੇ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਹਾਂ। ਹੁਣ ਜਿਹੜੀਆਂ ਇਹ ਗੱਲਾਂ ਨੇ, ਇਹ ਸਾਰੀਆਂ ਰੇਕੀ ਵਿੱਦਿਆ ਦੇ ਵਿੱਚ ਸਿਖਾਈਆਂ ਜਾਂਦੀਆਂ ਪਹਿਲਾਂ, ਕਿਉਂਕਿ ਰੇਕੀ ਵਿੱਦਿਆ ਬਾਹਰਲੇ ਸਥੂਲ ਸਰੀਰ ਦੀ ਨਹੀਂ ਗੱਲ ਕਰਦੀ, ਉਹ ਸੂਖਸ਼ਮ ਸਰੀਰ ਦੀ ਗੱਲ ਕਰਦੀ, ਜਿਹੜੀ ਅੰਦਰ ਬੈਕ ਦੀ ਸਟੇਜ ਜਿਹੜਾ ਕੰਮ ਚੱਲਦਾ ਪਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹੋ ਤੇ ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ ਅੱਜ ਕੱਲ੍ਹ ਮਾਨਵ ਜਨਮ ਨੇ ਇੰਨੀ ਕੁ ਤਰੱਕੀ ਕਰ ਲਈ ਕਿ ਸਾਇੰਸ ਨੂੰ ਵੀ ਪਿੱਛੇ ਛੱਡਣ ਵਾਲੀਆਂ ਗੱਲਾਂ ਜਿਹੜੀਆਂ ਨੇ ਦਿਨ ਪ੍ਰਤੀ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਕਈ ਅਸੀਂ ਅਸਲ ਦੇ ਵਿੱਚ ਉਦਾਹਰਣ ਐਸੀਆਂ ਦੇਖਦੇ ਹਾਂ, ਲਾਈਵ ਐਗਜ਼ਾਮਪਲ ਐਸੀਆਂ ਦੇਖਦੇ ਹਾਂ ਕਿ ਜਿਸ ਦੇ ਵਿੱਚ ਕਿਤੇ ਨਾ ਕਿਤੇ ਸਾਇੰਸ ਨੂੰ ਫੇਲ ਕਰਦੇ ਹੋਏ ਬੰਦੇ ਵੀ ਸਾਹਮਣੇ ਇਸ ਜ਼ਿੰਦਗੀ ਦੇ ਵਿੱਚ ਆਉਂਦੇ ਨੇ। ਅੱਜ ਜਿਹੜੀ ਵੀਡੀਓ ਲੈ ਕੇ ਆਇਆ ਬੜੀ ਖਾਸ ਹੋਣ ਵਾਲੀ ਹੈ ਤੇ ਕਈਆਂ ਲੋਕਾਂ ਵਾਸਤੇ ਇੱਕ ਵਰਦਾਨ ਬਣ ਕੇ ਸਾਹਮਣੇ ਆਉਣ ਵਾਲੀ ਹੈ ਵੀਡੀਓ, ਕਿਉਂਕਿ ਇਸ ਵੀਡੀਓ ਦੇ ਵਿੱਚ ਗੱਲਬਾਤ ਹੋਣ ਲੱਗੀ ਹੈ ਰੇਕੀ ਹੀਲਿੰਗ, ਜਾਂ ਮੈਂ ਕਹਿ ਦੇਵਾਂ ਕਿ ਰੇਕੀ ਵਿੱਦਿਆ ਦੀ। ਉਹ ਵਿੱਦਿਆ ਕਿ ਜਿਸ ਦੇ ਨਾਲ ਮੈਂ ਕਹਿ ਸਕਦਾ ਕਿ ਇੱਕ ਬੰਦਾ ਉਹ ਰੱਬ ਨੂੰ ਯਾਦ ਕਰਕੇ ਇਸ ਤਰੀਕੇ ਦੀ ਹੀਲਿੰਗ ਕਰ ਦਿੰਦਾ, ਇਸ ਪਾਵਰਸ ਨੂੰ ਜਨਰੇਟ ਕਰ ਦਿੰਦਾ ਹੈ ਕਿ ਉਹਨਾਂ ਪਾਵਰਾਂ ਦੇ ਨਾਲ ਬਿਨਾਂ ਦਵਾਈ ਤੋਂ ਤੁਸੀਂ ਹਰ ਇੱਕ ਬਿਮਾਰੀ, ਕੈਂਸਰ ਵਰਗਾ ਵੱਡਾ ਰੋਗ ਵੀ ਜਿਹੜਾ ਆ ਐਂ ਚੁਟਕੀਆਂ ਦੇ ਵਿੱਚ ਠੀਕ ਕਰ ਸਕਦੇ ਹੋ। ਮੇਰੇ ਨਾਲ ਲਾਈਫ ਕੋਚ ਰਣਦੀਪ ਸਿੰਘ ਹੋਣਗੇ, ਜਿਨ੍ਹਾਂ ਨੇ ਪ੍ਰੋਪਰ ਇਸ ਚੀਜ਼ ਦੀ ਵਿੱਦਿਆ ਹਾਸਲ ਕੀਤੀ ਆ। ਆਈ ਨਹੀਂ ਕਿ ਵੀ ਹਵਾ ਦੇ ਵਿੱਚ ਤੀਰ ਮਾਰੀ ਜਾਂਦਾ ਐਂਕਰ ਬੈਠਾ, ਪ੍ਰੋਪਰ ਵਿੱਦਿਆ, ਪ੍ਰੋਪਰ ਸਰਟੀਫਿਕੇਟ, ਪ੍ਰੋਪਰ ਸਟੋਨਸ ਨੇ ਜਿਨ੍ਹਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਕੰਮ ਹੁੰਦਾ ਉਹ ਸਾਰਾ ਤੁਹਾਨੂੰ ਦੱਸਾਂਗੇ। ਸਭ ਤੋਂ ਪਹਿਲਾਂ ਭਾਈ ਦਾ ਸਵਾਗਤ ਕਰਦੇ ਹਾਂ। ਵੀਰੇ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਠੀਕ ਠਾਕ। ਸਿਹਤ ਕਿਵੇਂ? ਸਿਹਤ ਫਤਿਹ ਹੀ ਫਤਿਹ ਹੈ ਜੀ। ਕੀ ਬਾਤ ਹੈ। ਹਾਂਜੀ। ਪਰ ਅੱਜ ਕੱਲ੍ਹ ਮੈਨੂੰ ਲੱਗਦਾ ਹੈ ਆਪਾਂ ਹੁਣ ਗਰਾਊਂਡ ਦੇ ਵਿੱਚ ਬੈਠੇ ਹਾਂ, ਖੁੱਲ੍ਹੇ ਦੇ ਵਿੱਚ, ਇੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਬੈਠੇ ਨੇ, ਬੱਚੇ ਨੇ, ਇਹਨਾਂ ਦੇ ਵਿੱਚ ਕਈਆਂ ਨੂੰ ਕੋਈ ਐਸੀ ਬਿਮਾਰੀਆਂ ਹੋਣਗੀਆਂ ਜਿਹੜੀਆਂ ਮੈਨੂੰ ਲੱਗਦਾ ਹੈ ਇੰਨੀਆਂ ਭਿਆਨਕ ਨੇ ਵੀ ਦੱਸਣ ਦਾ ਨਾਂ ਵੀ ਬੰਦਾ ਕਈ ਵਾਰ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਝਿਜਕਦਾ ਹੈ। ਪਰ ਮੈਂ ਸੁਣਿਆ ਤੁਹਾਡੇ ਕੋਲੇ ਇੱਕ ਐਸੀ ਵਿੱਦਿਆ, ਰੇਕੀ ਵਿੱਦਿਆ, ਕਿ ਜਿਸ ਦੇ ਨਾਲ ਬਿਨਾਂ ਦਵਾਈ ਤੋਂ ਬੰਦਾ ਕੁਛ ਹੀ ਟਾਈਮ ਦੇ ਵਿੱਚ ਠੀਕ ਹੋ ਜਾਂਦਾ। ਦੇਖੋ, ਰੇਕੀ ਐਨਰਜੀ ਜਾਂ ਰੇਕੀ ਹੀਲਿੰਗ ਹੈ ਜਿਹੜੀ, ਇਹ ਕੋਈ ਅੱਜ ਦੀ ਨਹੀਂ, ਬਹੁਤ ਪੁਰਾਣਾ ਸਟਰਕਚਰ ਹੈ ਇਹ ਮੈਡੀਕਲ ਸਾਇੰਸ ਦੇ ਵਿੱਚ ਜਾਂ ਐਨਰਜੀ ਸਾਇੰਸ ਦੇ ਵਿੱਚ ਲੋਕਾਂ ਨੂੰ ਹੀਲ ਕਰਨ ਦਾ।
ਅੱਜ ਤੋਂ ਜੇ ਆਪਾਂ ਪਿੱਛੇ ਚਲੇ ਜਾਈਏ 1000 ਸਾਲ 2000 ਸਾਲ ਪਿੱਛੇ ਚਲੇ, ਪਹਿਲਾਂ ਦਵਾਈਆਂ ਬੂਟੀਆਂ ਤਾਂ ਹੁੰਦੀਆਂ ਨਹੀਂ ਸੀਗੀਆਂ। ਉਹ ਸਮਿਆਂ ਦੇ ਵਿੱਚ ਰਿਸ਼ੀ ਮੁਨੀ ਇਲਾਜ ਕਰਦੇ ਹੁੰਦੇ ਸੀਗੇ ਲੋਕਾਂ ਦਾ। ਜੇ ਆਪਾਂ ਜੀਸਸ ਦੇ ਟਾਈਮ ਦੇ ਵਿੱਚ ਚਲੇ ਜਾਈਏ, ਜੀਸਸ ਦੇਖੋ ਪਾਵਰ ਉਹਨੂੰ ਪਾਵਰ ਪ੍ਰਮਾਤਮਾ ਨੇ ਦੇ ਕੇ ਭੇਜੀ। ਉਹ ਜਿਹੜੀ ਵੀ ਚੀਜ਼ ਨੂੰ ਹੱਥ ਲਾਉਂਦੇ ਸੀਗੇ ਉਹ ਠੀਕ ਹੋ ਜਾਂਦੀ ਸੀਗੀ। ਤੇ ਜਦੋਂ ਇਹ ਚੀਜ਼ਾਂ ਪੜ੍ਹਦੇ ਆ ਫਿਰ ਥੋੜਾ ਹੋਰ ਅੱਗੇ ਆ ਜਾਂਦੇ, ਫਿਰ ਰਿਸ਼ੀ ਮੁਨੀਆਂ ਤੱਕ ਆ ਜਾਂਦੇ ਆ, ਫਿਰ ਆਪਾਂ ਪੈਗੰਬਰਾਂ ਤੱਕ ਆ ਜਾਂਦੇ ਆ। ਫਿਰ ਇਹ ਚੀਜ਼ਾਂ ਪੜ੍ਹਦੇ ਰਿਸਰਚ ਕਰਦੇ ਫਿਰ ਰੇਕੀ ਦੀ ਨਾ એનર્ਜੀ ਨੂੰ ਸਮਝਾਉਣਾ ਜਾਂ ਸਮਝਣਾ ਸੌਖਾ ਹੋ ਜਾਂਦਾ ਸਾਡੇ ਲਈ। ਇਹ ਕੋਈ ਜਾਦੂ ਨਹੀਂ ਹੈਗਾ, ਨਾ ਕੋਈ ਇਹ ਕਰਾਮਾਤ ਹੈ। ਐਕਚੁਅਲ ਦੇ ਵਿੱਚ ਤੁਸੀਂ ਇੱਕ ਚੀਜ਼ ਸਮਝੋ, ਇਹ ਜਿੰਨੀ ਸ੍ਰਿਸ਼ਟੀ ਪ੍ਰਮਾਤਮਾ ਨੇ ਰਚੀ ਹੈ, ਇਹ ਸਾਰੀ ਦੀ ਸਾਰੀ ਇੱਕ એનર્ਜੀ ਹੈ। ਮੇਰਾ ਸਰੀਰ ਹੈ ਜਾਂ ਇੱਕ ਜਾਨਵਰ ਦਾ ਸਰੀਰ ਹੈ ਜਾਂ ਦਰਖਤ ਨੇ ਜਾਂ ਪੱਤੇ ਨੇ ਜਾਂ ਜੋ ਵੀ ਜੀਵ ਜੰਤੂ ਨੇ, ਇਹ ਸਾਰੇ ਹੀ એનર્ਜੀ ਨੇ। ਸਰੀਰ ਦਿਖਦਾ ਹੈ ਪਰ ਅੰਦਰ ਕੰਮ ਇੱਕ એનર્ਜੀ ਕਰਦੀ ਪਈ ਹੈ, ਜਿਹਨੂੰ ਸਾਇੰਸ ਕਾਸਮਿਕ એનર્ਜੀ ਕਹਿ ਰਹੀ ਹੈ। ਹੁਣ ਇਹ ਕਾਸਮਿਕ એનર્ਜੀ ਧਰਤੀ 'ਚ ਵੀ ਚੱਲਦੀ ਪਈ ਹੈ, ਕਿਉਂਕਿ ਇਹ ਪੈਦਾਵਾਰ ਕਰ ਰਹੀ ਹੈ, ਚੀਜ਼ਾਂ ਨੂੰ ਸੰਭਾਲਦੀ ਪਈ ਹੈ। ਇਹੀ ਕਾਸਮਿਕ એનર્ਜੀ ਸੂਰਜ ਦੇ ਵਿੱਚ ਹੈ, ਉਹ ਹੀਟ ਪੈਦਾ ਕਰ ਰਿਹਾ ਹੈ। ਇਹੀ ਕਾਸਮਿਕ એનર્ਜੀ ਚੰਦਰਮਾ ਦੇ ਵਿੱਚ ਹੈ ਵੀ ਉਹ ਸਟੇਬਲ, ਉਹ ਠੰਡੀ ਲਾਈਟ ਸਾਨੂੰ ਪ੍ਰਦਾਨ ਕਰਦਾ ਪਿਆ। ਸੋ ਇਹ ਹੋ ਗਈ ਬੇਸਿਕ ਗੱਲਾਂ ਇਹਦੀਆਂ। ਹੁਣ ਜਿਹੜੀ ਰੇਕੀ એનર્ਜੀ ਹੈ, ਇਹ ਇੱਕ ਤਰ੍ਹਾਂ ਦਾ ਟਰੀਟਮੈਂਟ ਹੈ। ਇਹ ਟਰੀਟਮੈਂਟ ਕੋਈ ਵੀ ਅਗੇਂਸਟ ਦਾ ਲਾਅ ਆਫ ਨੇਚਰ ਨਹੀਂ, ਕੁਦਰਤ ਤੋਂ ਉਲਟ ਕੋਈ ਚੀਜ਼ ਨਹੀਂ ਹੈਗੀ। ਇਹਦੇ ਲਈ ਤੁਹਾਨੂੰ ਇੱਕ ਮਾਸਟਰ ਹਾਇਰ ਕਰਨਾ ਪੈਂਦਾ, ਇੱਕ ਗੁਰੂ ਧਾਰਨਾ ਪੈਂਦਾ। ਉਹ ਗੁਰੂ ਕੀ ਕਰਦਾ, ਆਪਣੀ એનર્ਜੀ ਤੁਹਾਨੂੰ ਟਰਾਂਸਫਰ ਕਰਦਾ ਅੱਗੇ ਲੋਕਾਂ ਦਾ ਇਲਾਜ ਕਰਨ ਦੇ ਲਈ। ਫਿਰ ਇਹਦੇ ਕੁਝ ਲੈਵਲਸ ਨੇ। ਪਹਿਲਾਂ ਬੇਸਿਕ ਲੈਵਲਸ ਹੁੰਦੇ, ਸਿਖਾਏ ਜਾਂਦੇ ਆ ਵੀ ਪਹਿਲਾਂ ਸਰੀਰ ਦੀ ਬਣਤਰ ਸਮਝਾਈ ਜਾਂਦੀ ਹੈ ਸਾਰੀ ਦੀ ਸਾਰੀ। ਹੁਣ ਸਾਡਾ ਜਿਹੜਾ ਸਰੀਰ ਹੈ, ਇਹਦੇ ਵਿੱਚ ਇਹ ਦੋ ਤਰ੍ਹਾਂ ਦਾ ਸਰੀਰ ਹੈ। ਦੇਖੋ, ਇੱਕ ਹੈਗਾ ਸੂਖਸ਼ਮ ਸਰੀਰ ਜਿਹੜਾ ਨਹੀਂ ਦਿਖਦਾ, ਜਿਹੜਾ ਹਮੇਸ਼ਾ ਧਰਮ ਗ੍ਰੰਥਾਂ ਜਾਂ ਪੀਰ ਪੈਗੰਬਰ ਕਹਿੰਦੇ ਆ ਵੀ ਨਹੀਂ ਦਿਖਦਾ ਹੈਗਾ। ਇਹਦੇ 7 ਚੱਕਰ ਨੇ। ਇੱਥੇ ਪਹਿਲਾ ਚੱਕਰ ਹੈ, ਆਹ ਦੂਜਾ ਚੱਕਰ ਹੈ, ਇਹਨੂੰ ਆਪਾਂ ਥਰਡ ਆਈ ਚੱਕਰ ਕਹਿੰਦੇ ਆ, ਇਹਨੂੰ ਥਰੋਟ ਚੱਕਰ ਕਹਿੰਦੇ ਆ, ਇਹਨੂੰ ਹਾਰਟ ਚੱਕਰਾ ਕਹਿੰਦੇ ਆ। ਫਿਰ ਧੁੰਨੀ ਤੋਂ ਉੱਪਰ ਥੋੜ੍ਹਾ ਜਿਹਾ 2-3 ਉਂਗਲਾਂ ਉੱਪਰ ਇਹਨੂੰ ਸੈਕਰਲ ਸੋਲਰ ਪਲੈਕਸ ਚੱਕਰ ਕਹਿੰਦੇ ਆ। ਫਿਰ ਧੁੰਨੀ ਤੋਂ ਥੱਲੇ ਇਹਨੂੰ ਸੈਕਰਲ ਚੱਕਰ ਕਹਿੰਦੇ ਆ। ਜਿੱਥੇ ਸਾਡਾ ਗੁਪਤਾਂਗ ਹੈ ਇਹਨੂੰ ਕਹਿੰਦੇ ਆ ਰੂਟ ਚੱਕਰਾ। ਇਹ 7 ਚੱਕਰ ਹੋ ਗਏ ਸਰੀਰ ਦੇ, ਤੇ 7 ਹੀ ਇਹਦੀ ਲੇਅਰਸ ਨੇ ਸਰੀਰ ਦੇ ਅੱਗੇ ਬਣੀਆਂ ਹੋਈਆਂ, ਜਿਹਨੂੰ ਔਰਾ ਕਹਿ ਦਿੰਦੇ ਆ ਅਸੀਂ। ਹੁਣ ਇੱਕ ਸਰੀਰ ਤਾਂ ਆਮ ਦਿਖਦਾ, ਰਣਦੀਪ ਸਿੰਘ ਦਿਖਦਾ, ਨੀਲੇ ਜੀਨ ਪਾਈ ਹੋਈ ਹੈ, ਬਲੂ ਸ਼ਰਟ ਪਾਈ, ਬਲੂ ਪੱਗ ਬੰਨੀ ਹੋਈ ਹੈ, ਇਹ ਦਿਖਦਾ ਪਿਆ। ਹੁਣ ਜਿਹੜੇ ਅੰਦਰ ਸੂਖਸ਼ਮ ਸਰੀਰ ਹੈ, ਉਹ ਹਰ ਕੋਈ ਨਹੀਂ ਪੜ੍ਹ ਸਕਦਾ। ਉਹ ਸਿਰਫ ਪ੍ਰੈਕਟਿਸ ਅਤੇ ਮਿਹਨਤ ਨਾਲ ਉਹ ਚੀਜ਼ਾਂ ਦਾ ਪਤਾ ਲੱਗਣਾ। ਉਦੋਂ ਬਿਨਾਂ ਤੁਸੀਂ ਜ਼ੋਰ ਲਾ ਲਓ ਕੰਮ ਹੀ ਨਹੀਂ ਕਰ ਸਕਦੇ। ਬਹੁਤੇ ਲੋਕ ਫਿਰ ਕਹਿਣਗੇ ਐਵੇਂ ਬਕਵਾਸ ਮਾਰਦੇ, ਕੁਛ ਨਹੀਂ ਹੁੰਦਾ। ਕਿਉਂਕਿ ਦੇਖੋ, ਜਿਹੜਾ ਬੰਦਾ ਜਿਹੜੇ ਰਸਤੇ ਤੇ ਚੱਲਿਆ ਹੀ ਨਹੀਂ, ਉਹਨੂੰ ਉਹਦੇ ਬਾਰੇ ਗਿਆਨ ਹੀ ਨਹੀਂ। ਹੁਣ ਜੇ ਅਸੀਂ ਇਹ ਲਾਈਨ 'ਤੇ ਚੱਲ ਰਹੇ ਹਾਂ ਤੇ ਅਸੀਂ ਚੀਜ਼ਾਂ ਨੂੰ ਸਿੱਖ ਰਹੇ ਹਾਂ ਤੇ ਸਮਝ ਰਹੇ ਹਾਂ। ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਜਦੋਂ ਬਿਮਾਰ ਹੋਊਗਾ, ਬਿਮਾਰੀ ਸਿੱਧੀ ਪਹਿਲਾਂ ਸਰੀਰ ਨੂੰ ਨਹੀਂ ਲੱਗਦੀ। ਬਿਮਾਰੀ ਪਹਿਲਾਂ ਉਹਦੇ ਔਰੇ 'ਚ ਐਂਟਰ ਕਰਦੀ ਹੈ ਬੰਦੇ ਦੇ। ਔਰੇ 'ਚ ਜਦੋਂ ਐਂਟਰ ਕਰਦੀ ਹੈ, ਫਿਰ ਸਰੀਰ ਸਿੰਪਟਮਸ ਦਿਖਾਉਣ ਲੱਗ ਜਾਂਦਾ। ਕਦੇ ਉਹਨੂੰ ਕੁਛ ਹੋਣ ਲੱਗ ਜਾਂਦਾ, ਕਦੇ ਕੁਛ ਹੋਣ ਲੱਗ ਜਾਂਦਾ। ਉਦੋਂ ਤੱਕ ਤਾਂ ਅਸੀਂ ਇਗਨੋਰ ਕਰਦੇ ਰਹਿੰਦੇ ਹਾਂ ਬਿਮਾਰੀਆਂ ਨੂੰ, ਵੀ ਕੁਛ ਨਹੀਂ ਹੋਇਆ, ਮਾੜੀ ਦਵਾਈ ਲੈ ਲਓ, ਕੈਮਿਸਟ ਤੋਂ ਖਾ ਲਓ, ਫਿਰ ਕੁਛ ਹੋਰ ਕਰਾਇਆ, ਉਹ ਪਾਣੀ ਵੱਧ ਪੀ ਲਓ, ਸੌਂ ਲਓ। ਮਤਲਬ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ। ਜਦੋਂ ਤੱਕ ਔਰੇ 'ਚੋਂ ਪਹਿਲੇ 'ਚ ਵੜਦੀ ਹੈ, ਫਿਰ ਦੂਜੇ 'ਚ, ਫਿਰ ਤੀਜੇ 'ਚ ਜਾਂਦੀ ਬੋਡੀ ਦੇ ਵਿੱਚ ਚਲੀ ਜਾਂਦੀ ਹੈ, ਫਿਰ ਉਹਦਾ ਇਲਾਜ ਨਹੀਂ ਹੋ ਪਾਉਂਦਾ। ਫਿਰ ਉਹ ਪੱਕੀ ਹੀ ਸਰੀਰ ਨੂੰ ਜੁੜ ਜਾਂਦੀ ਆ ਉਹ। ਤਾਂ ਹੀ ਕਹਿੰਦੇ ਆ ਵੀ ਜਦੋਂ ਤੁਹਾਨੂੰ ਸਿੰਪਟਮਸ ਦੇਖੋ, ਬੋਡੀ ਹਮੇਸ਼ਾ ਜੋ ਅਸੀਂ ਨਾ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਦਾ। ਅਸੀਂ ਕਿਸੇ ਅਣਜਾਣ ਬੰਦੇ ਨੂੰ ਮਿਲਦੇ ਹਾਂ, ਠੀਕ ਹੈ, ਉਹ ਸਾਨੂੰ ਬਹੁਤ ਵਧੀਆ ਲੱਗਦਾ ਕਈ ਵਾਰੀ, ਨਹੀਂ ਯਾਰ ਇਹ ਬੰਦਾ ਵਾਕਈ ਦਾ ਦਮ ਖਮ ਰੱਖਦਾ, ਇਹ ਵਧੀਆ ਗੱਲਬਾਤ ਕਰਦਾ। ਕਿਉਂ? ਉਹਦਾ ਔਰਾ ਬਹੁਤ ਪਾਵਰਫੁੱਲ ਹੈ। ਮੇਬੀ ਸ਼ਾਇਦ ਬਹੁਤ ਮੈਡੀਟੇਸ਼ਨ ਕਰਦਾ ਹੋਵੇ, ਉਹਦੀ ਜਿਹੜੀ ਗੁਪਤ ਗੱਲਾਂ ਨੇ ਉਹ ਕੋਈ ਨਹੀਂ ਜਾਣ ਸਕਦਾ ਹੁੰਦਾ ਹੈਗਾ। ਜਿਵੇਂ ਆਪਾਂ ਮੰਤਰੀਆਂ ਦੀ ਗੱਲ ਕਰ ਲਈ, ਜਿਵੇਂ ਆਪਾਂ ਆਪਣੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਹੈ ਨਰਿੰਦਰ ਮੋਦੀ ਦੀ ਗੱਲ ਕਰੀਏ ਆਪਾਂ, ਉਹਨਾਂ ਦੀ ਜਿਹੜੀ ਇੱਕ ਫੇਸ ਇਮੇਜ ਹੈ, ਫੇਸ ਵੈਲਿਊ, ਉਹ ਬਹੁਤ ਪਾਵਰਫੁੱਲ ਬਣਾਈ ਹੋਈ ਹੈ ਜਾਂ ਦਿਖਦੀ ਪਈ ਹੈ ਸਾਨੂੰ ਵੀ ਉਹ ਬਹੁਤ ਪਾਵਰਫੁੱਲ ਇਨਸਾਨ ਹੈ। ਉਹ ਕਿਉਂ ਹੁੰਦਾ ਪਿਆ ਉਹ ਪਾਵਰਫੁੱਲ? ਮੇਬੀ ਸ਼ਾਇਦ ਉਹਨਾਂ ਦੀ ਮੈਡੀਟੇਸ਼ਨ ਪਾਵਰ ਜਾਂ ਧਿਆਨ ਵਿੱਦਿਆ ਬਹੁਤ ਜ਼ਿਆਦਾ ਹੋਵੇ। ਇਹ ਚੀਜ਼ਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ, ਨਾ ਹੀ ਕੋਈ ਦੱਸਦਾ ਹੁੰਦਾ ਗੱਲਾਂ ਨੂੰ। ਪਰ ਜਿੰਨਾ ਸਾਡਾ ਔਰਾ ਪਾਵਰਫੁੱਲ ਹੁੰਦਾ ਜਾਊਗਾ, ਜਿੰਨੇ ਸਾਡੇ 7 ਚੱਕਰਾਸ ਬੈਲੈਂਸ ਰਹਿਣਗੇ, ਉਨਾ ਸਾਡਾ ਦੂਸਰਿਆਂ 'ਤੇ ਪ੍ਰਭਾਵ ਜਲਦੀ ਪਊਗਾ ਤੇ ਚੰਗਾ ਪਊਗਾ। ਹਮੇਸ਼ਾ ਉਹ ਸਾਨੂੰ ਸਾਡੇ ਮਗਰ ਲੱਗੇ ਰਹਿਣਗੇ, ਸਾਡੀ ਗੱਲ ਨੂੰ ਤਵੱਜੋ ਦੇਣਗੇ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਹਾਂ। ਹੁਣ ਜਿਹੜੀਆਂ ਇਹ ਗੱਲਾਂ ਨੇ, ਇਹ ਸਾਰੀਆਂ ਰੇਕੀ ਵਿੱਦਿਆ ਦੇ ਵਿੱਚ ਸਿਖਾਈਆਂ ਜਾਂਦੀਆਂ ਪਹਿਲਾਂ, ਕਿਉਂਕਿ ਰੇਕੀ ਵਿੱਦਿਆ ਬਾਹਰਲੇ ਸਥੂਲ ਸਰੀਰ ਦੀ ਨਹੀਂ ਗੱਲ ਕਰਦੀ, ਉਹ ਸੂਖਸ਼ਮ ਸਰੀਰ ਦੀ ਗੱਲ ਕਰਦੀ, ਜਿਹੜੀ ਅੰਦਰ ਬੈਕ ਦੀ ਸਟੇਜ ਜਿਹੜਾ ਕੰਮ ਚੱਲਦਾ ਪਿਆ। ਹੁਣ ਤੁਹਾਡਾ ਦੇਖੋ ਰੂਟ ਚੱਕਰਾ ਖਰਾਬ ਹੋ ਗਿਆ ਜਾਂ ਸੈਕਿੰਡ ਚੱਕਰਾ ਖਰਾਬ ਹੈ, ਤੁਹਾਨੂੰ ਅਕਸਰ ਜਾਂ ਕਾਮਿਕ ਖਿਆਲ ਬਹੁਤ ਆਉਂਦੇ। ਅੱਜ ਕੱਲ੍ਹ ਦੁਨੀਆ ਦੇ ਵਿੱਚ ਕਾਮ ਬਹੁਤ ਫੈਲੀ ਜਾਂਦਾ। ਕਿਉਂ ਫੈਲਦਾ? ਜਿਹੜੀ ਸੁਰਤੀ ਹੈ ਨਾ, ਉਹ ਥੱਲੇ ਨੂੰ ਗਿਰਦੀ ਪਈ ਹੈ। ਕੁਦਰਤ ਦਾ ਕੰਮ ਕੀ ਹੈ? ਜੇ ਆਪਾਂ ਹੁਣ ਮੋਟਰ, ਪਾਣੀ ਵਾਲੀ ਮੋਟਰ ਹੈ, ਜੇ ਪਾਣੀ ਉੱਪਰ ਨੂੰ ਚੜਾਉਣਾ ਪੰਪ ਨੇ ਤਾਂ ਜ਼ੋਰ ਲੱਗਣਾ।
ਇੱਦਾਂ ਹੀ ਸਾਡੇ ਜਿਹੜੇ ਚੱਕਰ ਨੇ 7 ਦੇ 7 ਇਹ ਹਰ ਕਿਸੇ ਦੇ ਇੰਬੈਲੈਂਸ ਨੇ, ਕਿਸੇ ਦੇ ਵੀ ਬੈਲੈਂਸ ਨਹੀਂ ਹੈਗੇ। ਕਿਉਂ ਨਹੀਂ ਹੈਗੇ? ਸਾਡੀ ਆਦਤਾਂ ਕਰਕੇ ਇੰਬੈਲੈਂਸ ਹੋ ਜਾਂਦੇ ਨੇ। ਪਰ ਰੇਕੀ એનર્ਜੀ ਕੀ ਕਰਦੀ ਹੈ? ਹੈਲਪ ਕਰਦੀ ਹੈ ਇਹਨਾਂ ਨੂੰ ਬੈਲੈਂਸ ਕਰਨ ਦੇ ਵਿੱਚ, ਸਾਡੇ ਜਿਹੜੇ ਥਾਟਸ ਨੇ ਨੈਗੇਟਿਵ ਤੋਂ ਪੋਜ਼ਿਟਿਵ ਕਰਨ ਦੇ ਵਿੱਚ, ਸਾਡੀ ਜਿਹੜੀ ਬਿਮਾਰੀਆਂ ਨੇ ਉਹਨੂੰ ਕੰਟਰੋਲ ਕਰਕੇ ਉਹਨੂੰ ਹੀਲ ਕਰਨ ਦੇ ਵਿੱਚ ਹੈਲਪ ਕਰਦੀ ਹੈ। ਮੈਂ ਫੇਰ ਕਹਿੰਦਾ ਕੋਈ ਜਾਦੂ ਨਹੀਂ ਹੈਗਾ, ਕੋਈ ਕਰਾਮਾਤ ਨਹੀਂ ਹੈਗੀ, ਇੱਕ ਟ੍ਰੀਟਮੈਂਟ ਹੈ ਇਹ, ਜਿਹਦੇ ਵਿਸ਼ਵਾਸ ਕਰੋਗੇ ਤੇ ਇਹ ਕੰਮ ਕਰਦੀ ਹੈ। ਨਹੀਂ ਤਾਂ ਆਪਾਂ ਡਾਕਟਰ ਵੀ ਬਥੇਰੇ ਬਦਲ ਦਿੰਦੇ ਨੇ, ਤਾਂ ਇਹ ਵੀ ਜੇ ਬਦਲ ਤਾਂ ਕੀ ਫਰਕ ਪੈਂਦਾ। ਅੱਛਾ ਬਾਈ, ਜਿਹੜੀ ਆ ਤੁਸੀਂ ਚੀਜ਼ ਬਕਸੇ ਦੇ ਵਿੱਚ ਰੱਖੀ ਹੈ, ਇਹ ਕੀ ਚੀਜ਼ਾਂ ਨੇ, ਇਹਨਾਂ ਦਾ ਕੀ ਨਾਮ ਹੈ ਤੇ ਇਹਨਾਂ ਦਾ ਕੀ ਮਹੱਤਵ ਹੈ, ਕੀ ਜ਼ਰੂਰੀ ਹੈ ਵੀ ਰੇਕੀ ਦੇ ਵਿੱਚ ਕਿਵੇਂ ਵਰਤੀ ਜਾਂਦੀਆਂ ਨੇ? ਦੇਖੋ ਇਹ ਨਾ ਐਜ਼ ਅ ਟੂਲ ਯੂਜ਼ ਕਰਦੇ ਹੁੰਦੇ ਅਸੀਂ ਹੀਲਰਸ, ਇਹਨੂੰ ਕ੍ਰਿਸਟਲਸ ਕਹਿੰਦੇ ਆ। ਇਹਦੇ ਨਾਲ ਕੀ ਹੁੰਦੀ ਹੈ? એનર્ਜੀ ਥੋੜੀ ਜਿਹੀ ਪਾਵਰ ਵੱਧ ਜਾਂਦੀ ਆ। ਅੱਛਾ, ਜਿਵੇਂ ਦੇਖੋ ਆ ਹੈਗਾ ਇਹ ਪਿਰਾਮਿਡ ਕ੍ਰਿਸਟਲ ਹੈ, ਠੀਕ ਹੈ। ਅੱਛਾ, ਇਹ ਪਿਰਾਮਿਡ ਕ੍ਰਿਸਟਲ ਜੇ ਹੁਣ ਮੈਂ ਤੁਹਾਡੇ ਇੱਥੇ ਟੱਚ ਕਰਦਾ, ਇੱਥੇ ਤੁਹਾਡੇ ਮੱਥੇ ਦੇ ਉੱਤੇ, ਇਹਨੇ ਕੀ ਕਰਨਾ? ਤੁਹਾਡੀ ਜਿੰਨੀ ਨੈਗੇਟਿਵ ਥਾਟਸ ਨੇ ਇਹਨੇ ਖਿੱਚਣੇ ਸ਼ੁਰੂ ਕਰ ਦੇਣੇ, ਮੈਗਨੇਟ ਦਾ ਕੰਮ ਕਰਨਾ ਇਹਨੇ। ਤੇ ਜਦੋਂ ਮੈਂ ਹੀਲਿੰਗ ਸ਼ੁਰੂ ਕਰਨੀ ਹੈ, ਜਿਹੜੇ ਖਿਆਲ ਨੇ ਪੋਜ਼ਿਟਿਵ ਹੋਣ ਲੱਗ ਜਾਣੇ ਆ। ਜੇ ਬ੍ਰੇਨ ਸਾਡਾ ਵੀਕ ਕੰਮ ਕਰਦਾ, ਬੁੱਝ ਰਹਿੰਦੇ ਆ ਅਸੀਂ, ਸੁੱਝਦਾ ਨਹੀਂ ਜਲਦੀ, ਇਹ ਚੀਜ਼ਾਂ ਫਿਰ ਹੈਲਪ ਕਰਦੀਆਂ। ਕਿਉਂਕਿ ਜਿਹੜਾ ਸਾਡਾ ਬ੍ਰੇਨ ਆ ਨਾ, ਬ੍ਰੇਨ ਇਹ ਹੈਗਾ ਇਲੈਕਟ੍ਰੀਕਲ ਮੈਕੈਨਿਜ਼ਮ ਕੰਮ ਕਰਦਾ ਇਹਦੇ ਵਿੱਚ, ਸਾਰੇ ਬ੍ਰੇਨ ਦੇ ਵਿੱਚ। ਇਹ ਤੁਸੀਂ ਡਾਕਟਰਸ ਨੂੰ ਪੁੱਛੋ, ਕਈ ਵਾਰੀ ਨਾ ਇੱਕ ਬਿਮਾਰੀਆਂ ਆਉਂਦੀਆਂ ਨੇ, ਸਕੀਜ਼ੋਫਰੇਨੀਆ, ਕੈਟਾਟੋਨੀਆ, ਜਾਂ ਇੱਕ ਹੁੰਦਾ ਸਾਈਕੋਸਿਸ। ਉਹਦੇ ਵਿੱਚ ਕੀ ਹੁੰਦਾ, ਬੰਦੇ ਨੂੰ ਨਾ ਚੀਜ਼ਾਂ ਭੁੱਲਣ ਦੀ ਵੀ ਆਦਤ ਪੈ ਜਾਂਦੀ ਹੈ, ਜਾਂ ਉਹ ਸੈਂਸਿਸ ਛੱਡ ਦਿੰਦਾ ਕੁਝ ਸੈਕਿੰਡ ਲਈ, ਫਿਰ ਦੁਬਾਰਾ ਹੋਸ਼ 'ਚ ਆਉਂਦਾ, ਅੱਛਾ ਕੀ ਹੋ ਗਿਆ? ਉਹ ਕੀ ਹੋ ਗਿਆ? ਸਾਡੇ ਜਿਹੜੇ ਬ੍ਰੇਨ ਦੇ ਨਿਊਰੋ ਟਰਾਂਸਮੀਟਰਸ ਜਿਹੜੇ ਅੱਗੇ ਸਿਗਨਲ ਸਪਲਾਈ ਕਰਦੇ ਆ, ਉਹ ਫਲਕਚੁਏਟ ਕਰਦੇ, ਟ੍ਰਿਪ ਕਰ ਜਾਂਦੇ ਆ, ਫਿਰ ਚੱਕ ਲੈਂਦੇ, ਫਿਰ ਟ੍ਰਿਪ ਕਰ ਜਾਂਦੇ ਆ। ਫਿਰ ਇਹ ਐਕਚੁਅਲੀ ਹੋ ਕਿਉਂ ਰਿਹਾ? ਸਾਡੀ ਜਿਹੜੀ ਬ੍ਰੇਨ ਦੀ એનર્ਜੀ ਹੈ ਉਹ ਬੈਲੈਂਸ ਨਹੀਂ ਹੈਗੀ, ਉਹ ਇੰਪਿਓਰ ਹੋ ਚੁੱਕੀ ਹੈ ਓਵਰ ਸਟ੍ਰੈਸ ਹੋਣ ਕਰਕੇ, ਜਾਂ ਬਹੁਤ ਸਟ੍ਰੈਸ ਲੈ ਲਿਆ, ਜਾਂ ਕੋਈ ਸਦਮਾ ਲੱਗ ਗਿਆ। ਫਿਰ ਇਹ ਜਾ ਕੇ ਚੀਜ਼ਾਂ ਹੈਲਪ ਕਰਦੀਆਂ ਨੇ। ਫਿਰ ਦੂਜੀ ਇੱਕ ਚੀਜ਼, ਕਈ ਵਾਰੀ ਸਾਨੂੰ ਨਾ ਮੈਡੀਕਲ ਸਾਇੰਸ ਦੇ ਵਿੱਚ ਇਲਾਜ ਨਹੀਂ ਲੱਭ ਪਾ ਰਿਹਾ, ਅਸੀਂ ਬਹੁਤ ਦਵਾਈਆਂ ਖਾਂਦੇ, ਦਵਾਈ ਨਹੀਂ ਲੱਗਦੀ। ਰੇਕੀ ਹੀਲਿੰਗ ਉੱਥੇ ਫਿਰ ਹੈਲਪ ਕਰਦੀ ਹੈ, ਮੈਡੀਸਨ ਲੱਗਣੀ ਸ਼ੁਰੂ ਹੋ ਜਾਂਦੀ ਹੈ, ਜਾਂ ਜਲਦੀ ਠੀਕ ਹੋ ਜਾਂਦਾ। ਜਿਹੜੇ ਟਾਈਮ ਨੂੰ 2-3 ਸਾਲ 'ਚ ਠੀਕ ਹੋਣਾ ਬੰਦੇ ਨੇ, ਉਹ 3 ਜਾਂ 4 ਮਹੀਨਿਆਂ 'ਚ ਠੀਕ ਹੋ ਜਾਂਦਾ। ਯਾਨੀ ਕਹਿ ਸਕਦੇ ਵੀ ਕਈ ਵਾਰ ਬੀਬੀਆਂ ਵੀ ਪਿੰਡਾਂ ਦੀਆਂ ਕਹਿ ਦਿੰਦੀਆਂ ਨੇ ਵੀ ਭਾਈ ਮੈਨੂੰ ਤਾਂ ਫਲਾਣੇ ਡਾਕਟਰ ਦੀ ਦਵਾਈ ਨਹੀਂ ਲੱਗੀ, ਇਸ ਤਾਂ ਬਥੇਰਾ ਖਾ ਕੇ ਦੇਖ ਲਿਆ, ਪਰ ਜੇ ਆਪਾਂ ਇਹ ਵਿੱਦਿਆ ਦੇ ਨਾਲ ਟਰੀਟ ਕਰਾਈਏ ਤਾਂ ਜਿਹੜੀ ਦਵਾਈ ਨਹੀਂ ਵੀ ਲੱਗਦੀ ਉਹ ਵੀ ਲੱਗ ਜੂਗੀ, ਉਹ ਵੀ ਲੱਗਣ ਲੱਗ। ਹੁਣ ਯਾਰ ਦੇਖੋ, ਡਾਕਟਰਾਂ ਦਾ ਕੰਮ ਤਾਂ ਹੁਣ ਮੈਂ ਕਹਿੰਦਾ 30 ਸਾਲਾਂ ਤੋਂ ਜ਼ਿਆਦਾ ਵਧਿਆ। ਇਹ ਤੋਂ ਪਹਿਲਾਂ ਤਾਂ ਆਪਣੇ ਨਾ ਹਿੰਦੁਸਤਾਨ ਮੁਲਕ ਦੇ ਵਿੱਚ ਹੱਥ ਵਾਲਾ ਜ਼ਿਆਦਾ ਮਸ਼ਹੂਰ ਹੁੰਦਾ ਸੀ, ਵੀ ਫਲਾਣੇ ਬਾਬੇ ਤੋਂ ਹੱਥ ਵਾਲਾ ਕਰਾਇਓ, ਆਹ ਬਿਮਾਰੀ ਦਾ ਕਰਦਾ ਉਹ ਕੀ ਹੁੰਦਾ ਸੀਗਾ? ਉਹ ਹੀਲਿੰਗ ਹੀ ਕਰਦਾ ਹੁੰਦਾ ਸੀਗਾ। ਮੈਨੂੰ ਅੱਜ ਵੀ ਯਾਦ, ਮੈਂ ਛੋਟਾ ਹੁੰਦਾ ਸੀਗਾ, ਸਾਡੇ ਉਹਦੇ ਇੱਕ ਹਨੂਮਾਨ ਮੰਦਿਰ ਆ ਖੰਨੇ ਦੇ ਵਿੱਚ, ਮੈਨੂੰ ਬੁਖਾਰ ਵਾਹਵਾ ਚੜ੍ਹ ਗਿਆ, ਉਤਰਦਾ ਨਹੀਂ ਪਿਆ ਸੀਗਾ, ਤੇ ਮੇਰੇ ਫਾਦਰ ਮੈਨੂੰ ਲੈ ਕੇ ਗਏ, ਉਹ ਬਾਬੇ ਨੇ 2-3 ਵਾਰੀ ਝਾੜਾ ਕਰਿਆ, ਇੱਕ ਮੰਤਰ ਪੜਿਆ, ਤਾਂ ਦੂਏ ਦਿਨ ਮੈਂ ਠੀਕ ਹੋਣਾ ਸ਼ੁਰੂ ਹੋ ਗਿਆ। ਤੇ ਦੇਖੋ ਇਹ ਚੀਜ਼ਾਂ ਹੈਗੀਆਂ ਸੀ, ਪਰ ਇਹ ਚੀਜ਼ਾਂ ਨਾ ਅੱਗੇ ਸਪਰੈਡ ਨਹੀਂ ਕਰੀਆਂ ਗਈਆਂ, ਅੱਗੇ ਗੁਰ ਵੰਡੇ ਨਹੀਂ ਗਏ ਹੈਗੇ। ਉਹ ਜਿਹੜੇ ਜਿਹਨਾਂ ਕੋਲ ਸੀਗੇ ਉਹ ਦੁਨੀਆ ਤੋਂ ਜਾਂਦੇ ਚਲੇ ਗਏ, ਤੇ ਇਹ ਚੀਜ਼ਾਂ ਖਤਮ ਹੁੰਦੀਆਂ ਚਲੇ ਗਈਆਂ। ਤੇ ਜਿਹੜੀ ਇਹ ਵਿੱਦਿਆ ਹੈ, ਇਹ ਜਾਪਾਨ ਤੋਂ ਆਈ ਹੋਈ ਵਿੱਦਿਆ, ਇਹ ਹਿੰਦੁਸਤਾਨ 'ਚ ਸੀਗੀ ਬਹੁਤ ਪਹਿਲਾਂ। ਹੁਣ ਜਿਹੜਾ ਜ਼ਿਆਦਾ ਪ੍ਰਭਾਵ ਇਹਦਾ ਹਿੰਦੁਸਤਾਨ ਦੇ ਵਿੱਚ ਜਾਪਾਨ ਤੋਂ ਟਰਾਂਸਫਰ ਹੋ ਰਿਹਾ, ਦੁਬਾਰਾ ਅਸੀਂ ਆਪਣੇ ਰੂਟਸ ਨਾਲ ਜੁੜਨਾ ਸ਼ੁਰੂ ਕਰ ਰਹੇ ਹਾਂ। ਤੇ ਇਹਦੇ ਵਿੱਚ ਸਰੀਰ ਦੀ ਜਿੰਨੀ ਜਲਦੀ ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਊਗੀ ਕੁਦਰਤ ਦੀ, ਉਨੀ ਜਲਦੀ ਆਪਣੇ ਆਪ ਨੂੰ ਅਸੀਂ ਠੀਕ ਕਰ ਪਾਵਾਂਗੇ। ਪਰ ਤੁਸੀਂ ਬਾਈ ਜਿਵੇਂ ਕਹਿੰਦੇ ਹੋ ਕਿ ਜਿਵੇਂ ਡਾਕਟਰ ਜਿਹੜੇ ਨੇ, ਡਾਕਟਰਾਂ ਦਾ ਕੰਮ ਜਿਹੜਾ ਹੁਣ 2-3 ਸਾਲ ਤੋਂ ਜਾਂ 5 ਸਾਲ ਤੋਂ 10 ਸਾਲ ਤੋਂ ਕਹੀਏ ਆਪਾਂ, ਜਿਹੜਾ ਦੁਬਾਰਾ ਸ਼ੁਰੂ ਹੋਇਆ, ਪਰ ਜਿਵੇਂ PGI ਵਰਗੇ ਵੱਡੇ ਜਾਂ ਆਪਾਂ ਕਹਿੰਦੇ ਏਮਸ ਵਰਗੇ ਦਿੱਲੀ ਦੇ ਵਿੱਚ ਵੱਡੇ ਹਸਪੀਟਲ ਬਣੇ ਨੇ, ਫਿਰ ਤਾਂ ਮੈਂ ਕਹਿੰਦਾ ਜੇ ਇਹ ਇੰਨੀ ਕਾਰਗਰ ਹੈ, ਫਿਰ ਆਪਾਂ ਏਮਸ ਵਰਗੇ ਜਾਂ PGI ਵਰਗੇ ਜਿਹੜੇ ਹਸਪੀਟਲ ਨੇ ਵੱਡੇ ਇਹਨਾਂ ਨੂੰ ਤਾਲੇ ਲਾ ਦਿੰਦੇ ਹਾਂ। ਦੇਖੋ ਇੱਕ ਚੀਜ਼ ਹੈ, ਸਭ ਤੋਂ ਵੱਡੀ ਗੱਲ, ਉੱਥੇ ਡਾਕਟਰਾਂ ਦੀ ਤਾਦਾਦ ਬਹੁਤ ਹੈ। ਹੁਣ ਮੈਂ ਇੱਕ ਹੀਲਰ ਹਾਂ, ਮੈਂ ਕਿੰਨਾ ਕੁ ਟਾਈਮ ਹੈ ਮੇਰੇ ਕੋਲ, ਮੈਂ ਕਿਹਦਾ ਇਲਾਜ ਕਰ ਲਾਂਗਾ? ਇਹਨਾਂ ਦੇ ਇਹ ਦੇਖੋ, ਲੋਕਾਂ ਨੇ ਸਿੱਖੀ ਬਹੁਤ ਹੈ ਵਿੱਦਿਆ ਇਹ, ਪਰ ਉਹ ਐਕਚੁਅਲ ਦੇ ਵਿੱਚ ਇਹਦੇ ਕਨਸੈਪਟ ਨੂੰ ਗਲਤ ਸਮਝ ਬੈਠੇ। ਉਹ ਕਈ ਲੋਕ ਮੈਂ ਇਹ ਦੇਖੇ ਆ ਜਿਨ੍ਹਾਂ ਨੇ ਆਪਣੇ ਮਾਸਟਰ ਤੋਂ ਸਿੱਖੀਆਂ ਨੇ, ਉਹ ਕਹਿੰਦੇ ਬਸ ਇਹ ਰੱਬ ਹੀ ਹੈ, ਇਹ ਬਾਬਾ ਜੀ ਹੈ ਸਾਡੇ, ਤਾਂ ਕਰਕੇ ਇਹ ਇਹੀ ਠੀਕ ਕਰ ਸਕਦੇ ਆ। ਮੈਂ ਫੇਰ ਕਹਿੰਦਾ ਇਹਦੇ ਵਿੱਚ ਨਾ, ਤੁਸੀਂ ਇੱਕ ਡਾਕਟਰ ਜੇ ਕੋਈ ਹੀਲ ਕਰਦਾ, ਤੁਹਾਨੂੰ ਠੀਕ ਕਰਦਾ, ਮੈਡੀਸਨ ਦੇਣਾ, ਤੁਸੀਂ ਉਹਨੂੰ ਕੀ ਕਹਿੰਦੇ? ਥੈਂਕ ਯੂ ਕਹਿੰਦੇ ਆ ਵੀ ਡਾਕਟਰ ਬਹੁਤ ਵਧੀਆ, ਇਹ ਤੋਂ ਦਵਾਈ ਲਓ। ਪਰ ਜਦੋਂ ਅਸੀਂ ਇਹ ਵਾਲੀ ਲਾਈਨ 'ਚ ਆ ਜਾਂਦੇ ਆ ਨਾ, ਦੁਨੀਆ ਕੀ ਕਰਨ ਦੀ ਪੂਜਣ ਲੱਗ ਜਾਂਦੀ ਆ। ਉਹ ਪੂਜਣ ਦੇ ਚੱਕਰ ਦੇ ਵਿੱਚ ਸਾਰੀ ਕਹਾਣੀ ਫਿਰ ਉਲਟੀ ਹੋਣ ਲੱਗ ਜਾਂਦੀ ਹੈ। ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਰਣਦੀਪ ਵੀਰੇ ਵੀ, ਕਿਉਂਕਿ ਜਿਹੜੇ ਦਰਸ਼ਕ ਦੇਖ ਰਹੇ ਹੋਣਗੇ, ਮੇਰੇ ਮਨ ਦੇ ਵਿੱਚ ਵੀ ਇਹ ਸਵਾਲ ਆ ਰਿਹਾ ਵੀ ਜੇ ਡਾਕਟਰਾਂ ਦਾ ਕਿਤੇ ਨਾ ਕਿਤੇ ਦਵਾਈ ਨਹੀਂ ਲੱਗਦੀ, ਵੀ ਜੇ ਇਹ ਵਿੱਦਿਆ ਇੰਨੀ ਕਾਰਗਰ ਹੈ, ਵੀ ਕਿਤੇ ਨਾ ਕਿਤੇ, ਕਿਉਂਕਿ ਅੱਜ ਕੱਲ੍ਹ 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ, ਆਪਾਂ ਵੀ ਬੜਾ ਜਾਗਰੂਕ ਹਾਂ ਕਿ ਆਪਾਂ ਨੂੰ ਵੀ ਪਤਾ ਵੀ ਆਹ ਸਹੀ ਆ, ਆਹ ਗਲਤ ਆ, ਹਰ ਚੰਗੇ ਮਾੜੇ ਦੀ ਆਪਾਂ ਨੂੰ ਪਛਾਣ ਕਰਦੇ ਹਾਂ। ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਅੰਧ ਵਿਸ਼ਵਾਸ ਹੈ? ਨਹੀਂ, ਅੰਧ ਵਿਸ਼ਵਾਸ ਨਹੀਂ ਕਹਿ ਸਕਦੇ, ਗੱਲ ਹੈਗੀ ਹੈ ਸਬਰ ਦੀ। ਦੁਨੀਆ ਕੀ ਕਰਦੀ ਹੈ, ਉਹ ਕਹਿੰਦੀ ਗੋਲੀ ਦਿਖਦੀ ਹੈ, ਖਾ ਲਈ, ਇਹ ਪੱਕਾ ਅਸਰ ਕਰੂਗੀ। ਹੁਣ ਇਹਦਾ એનર્ਜੀ ਤਾਂ ਦਿਖਣੀ ਵੀ ਨਹੀਂ ਕਿਸੇ ਨੂੰ। ਮੈਂ ਚਾਹੇ ਇੱਥੋਂ ਤੁਹਾਨੂੰ ਟਰਾਂਸਫਰ ਵੀ ਕਰ ਦੇਵਾਂ એનર્ਜੀ, ਤੁਹਾਨੂੰ ਫੇਰ ਵੀ ਨਹੀਂ ਦਿਖਣੀ ਵੀ ਕੀ ਭੇਜਿਆ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਿਆ ਹੈਗਾ।
ਦੇਖੋ ਜਿਹੜੇ ਪੜ੍ਹੇ ਲਿਖੇ ਲੋਕ ਨੇ ਨਾ, ਜਿਨ੍ਹਾਂ ਨੂੰ ਪਤਾ ਹੈ ਬੋਡੀ ਦੇ ਸਿਸਟਮ ਦੇ ਔਰੇ ਬਾਰੇ ਪਤਾ ਹੈ ਜਾਂ ਚੱਕਰਾਸ ਬਾਰੇ ਪਤਾ ਹੈ, ਉਹ ਇਹਨਾਂ ਤੇ ਵਿਸ਼ਵਾਸ ਕਰਦੇ ਤੇ ਉਹ ਚੱਲਦੇ ਵੀ। ਹੁਣ ਦੇਖੋ ਜਿੰਨੇ ਸੈਲੀਬ੍ਰਿਟੀਜ਼ ਨੇ ਸਾਡੇ ਜਾਂ ਜਿੰਨੇ ਹਾਈ ਪ੍ਰੋਫਾਈਲ ਬੰਦੇ ਨੇ, ਤੁਹਾਨੂੰ ਕੀ ਲੱਗਦਾ ਉਹ ਸਿਰਫ ਦਵਾਈਆਂ ਦੇ ਸਿਰ ਤੇ ਬੈਠੇ ਆ? ਉਹ ਸਾਰੇ ਹੀਲਿੰਗ ਕਰਾਉਂਦੇ ਆ, ਉਹ ਸਾਰੀ ਆਪਣੀ ਨੈਗੇਟਿਵਿਟੀ ਡਰੇਨ ਆਊਟ ਕਰਦੇ ਆ। ਸਾਡੀਆਂ ਅੱਖਾਂ ਨੇ, ਸਾਡੇ ਕੰਨ ਨੇ, ਸਾਡਾ ਮੂੰਹ ਹੈ, ਇਹ ਕੀ ਹੈ? ਇਹ ਐਕਚੁਅਲ ਦੇ ਇੱਕ ਤਰ੍ਹਾਂ ਦੇ ਵੈਕਿਊਮ ਕਲੀਨਰਸ ਨੇ। ਬਾਹਰਲੀ ਜਿੰਨੀ ਦੁਨਿਆਵੀ ਨੈਗੇਟਿਵਿਟੀ ਹੈ ਅੱਖਾਂ ਰਾਹੀਂ ਅੰਦਰ ਜਾਂਦੀ ਹੈ, ਕੰਨਾਂ ਰਾਹੀਂ ਅੰਦਰ ਜਾਂਦੀ ਹੈ, ਮੂੰਹ ਰਾਹੀਂ ਅੰਦਰ ਜਾਂਦੀ ਹੈ। ਉਹ ਅੰਦਰ ਜਾ ਕੇ ਨਾ ਉਹਨੇ ਕੰਮ ਕੀ ਕਰਨਾ ਹੈ? ਉਹ ਅੰਦਰ ਜਾ ਕੇ ਸਾਡੇ ਔਰਗਨਸ ਤੇ ਲੱਗਣੀ ਸ਼ੁਰੂ ਹੋ ਜਾਂਦੀ ਆ। ਉਹ ਜਿਵੇਂ ਜਿਵੇਂ ਸਾਡੇ ਅੰਦਰ ਸਟੋਰ ਹੋਣੀ ਸ਼ੁਰੂ ਹੋਈ ਜਾਂਦੀ, ਅਸੀਂ ਬਿਮਾਰ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਕਿਉਂਕਿ ਇਨਸਾਨ ਨੂੰ ਨੈਗੇਟਿਵ એનર્ਜੀ ਲੈਣੀ ਆਉਂਦੀ ਹੈ, ਉਹ ਕੱਢਣੀ ਨਹੀਂ ਆਉਂਦੀ ਬਾਹਰ। ਇਹ ਜਿਹੜਾ ਨਾ ਕੱਢਣ ਦਾ ਤਰੀਕਾ ਹੈ ਨਾ, ਇਹਦੇ ਕਰਕੇ ਦੁਨੀਆ ਅੱਜ ਜ਼ਿਆਦਾ ਬਿਮਾਰ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ। ਹੁਣ ਮੇਰੇ ਕੋਲ ਬਹੁਤ ਇੱਦਾਂ ਦੇ ਪੇਸ਼ੈਂਟ ਨੇ, ਲਾਹੌਰ ਤੋਂ ਵੀ ਨੇ, ਤੇ ਜਿਨ੍ਹਾਂ ਨੂੰ ਕਿਸੇ ਨੂੰ ਯੂਟਰਸ ਪ੍ਰੋਬਲਮਸ ਹੈ, ਕਿਸੇ ਨੂੰ ਡਾਇਬਟੀਜ਼ ਪ੍ਰੋਬਲਮਸ ਹੈ, ਜਾਂ ਕੈਨੇਡਾ ਦੇ ਵਿੱਚ ਇੱਕ ਪੇਸ਼ੈਂਟ ਹੈ, ਉਹਨੂੰ ਨਾ ਕੈਟਾਟੋਨੀਆ ਦੀ ਪ੍ਰੋਬਲਮ ਸੀਗੀ, ਜਿਹਦਾ ਕਿ ਬ੍ਰੇਨ ਦਾ ਇਲੈਕਟ੍ਰੀਕਲ ਮੈਕੈਨਿਜ਼ਮ ਬਿਲਕੁਲ ਡੈਡ ਤੇ ਡੈਮੇਜ ਹੋ ਗਿਆ ਸੀ ਉਸ ਬੱਚੇ ਦਾ। ਤੇ ਵਾਹਿਗੁਰੂ ਦੀ ਕਿਰਪਾ ਨਾਲ ਤੇ ਹੁਣ ਉਹ 3 ਮਹੀਨੇ 4 ਮਹੀਨੇ ਬਾਅਦ ਜਾ ਕੇ ਹੁਣ ਉਹ ਕਵਰ ਕਰਨਾ ਸ਼ੁਰੂ ਕਰਤਾ। ਕਿਉਂਕਿ ਡਾਕਟਰਸ ਤਾਂ ਕਹਿੰਦੇ ਵੀ ਸਾਡੀ ਆਹ ਇੱਕ ਮੈਡੀਸਨ ਹੈ, ਇਹੀ ਖਿਲਾਈ ਜਾਓ, ਬਸ ਇਹਦੇ ਨਾਲੇ ਫਰਕ ਪੈਣਾ ਜੇ ਪੈਣਾ। ਹੁਣ ਜਿਹਦਾ ਜਵਾਨ ਪੁੱਤ 12-13 ਸਾਲਾਂ ਦਾ ਇੰਨੀ ਬੁਰੀ ਬਿਮਾਰੀ ਦੇ ਨਾਲ ਗ੍ਰਹਿਸਤ ਹੈ, ਉਹ ਕੋਈ ਨਾ ਕੋਈ ਹੱਥ ਪੱਲਾ ਤਾਂ ਮਾਰਦਾ ਹੀ ਰਹੂਗਾ। ਤੇ ਜੇ ਆਪਾਂ 3 ਮਹੀਨੇ ਮਿਹਨਤ ਕਰੀ ਹੈ ਤੇ ਉਹ 'ਚ ਇੰਪਰੂਵਮੈਂਟ ਦਿਖਣ ਲੱਗ ਗਈ, ਤੇ ਮੈਂ ਇਹ ਥੋੜੀ ਕਹੂੰਗਾ ਵੀ ਮੈਂ ਕੁਝ ਕਰਿਆ। ਮੈਂ ਕਹਿੰਦਾ ਇਹ ਹੀਲਿੰਗ ਜਿਹੜੀ ਆਪਾਂ ਟ੍ਰੀਟਮੈਂਟ ਜਿਹੜਾ ਕਰ ਰਹੇ ਹਾਂ, ਉਹ ਹੈਲਪ ਕਰ ਰਹੀ ਉਸ ਬੱਚੇ ਨੂੰ ਇਸ ਪ੍ਰੋਬਲਮ 'ਚੋਂ ਬਾਹਰ ਨਿਕਲਣ ਦੇ ਲਈ। ਮੈਂ ਫੇਰ ਕਰਨਾ, ਕੋਈ ਜਾਦੂ ਨਹੀਂ, ਕੋਈ ਕਰਾਮਾਤ ਨਹੀਂ ਹੈਗੀ, ਇਹ ਟ੍ਰੀਟਮੈਂਟ ਇੱਕ ਤਰ੍ਹਾਂ ਦਾ ਹੈ। ਜਿਵੇਂ ਮੈਡੀਕਲ ਸਾਇੰਸ ਹੈ, ਪੂਰੀ ਸਤਿਕਾਰਯੋਗ ਹੈ, ਡਾਕਟਰਾਂ ਨੇ ਇੰਨੀਆਂ ਪੜ੍ਹਾਈਆਂ ਕਰੀਆਂ, ਇੰਨੀਆਂ ਰਿਸਰਚਾਂ ਕਰਨ ਤੋਂ ਬਾਅਦ ਇੱਕ ਗੋਲੀ ਬਣੀ ਹੈ, ਤੁਸੀਂ ਖਾਂਦੇ ਹੋ ਤਾਂ ਤੁਹਾਡਾ ਸਿਰ ਦਾ ਦਰਦ ਠੀਕ ਹੋ ਜਾਂਦਾ। ਹੁਣ ਤੁਸੀਂ ਮੇਰੇ ਕੋਲ ਆ ਯਾਰ, ਮੇਰਾ ਤਾਂ ਸਿਰ ਦੁਖਦਾ ਵਾ, ਮੇਰੀ ਹੀਲਿੰਗ ਕਰ ਦੇ, ਮੈਂ ਕਹੂੰਗਾ ਯਾਰ ਗੋਲੀ ਖਾ ਲਾ, 2 ਰੁਪਏ ਦੀ ਹੈਗੀ ਆ, ਤੂੰ ਸੌਖਾ ਹੋ ਜਾ। ਵੀ ਮੈਂ ਇਹ ਚੀਜ਼ਾਂ ਦੇ ਉੱਤੇ એનર્ਜੀ ਕਿਉਂ ਵੇਸਟ ਕਰੀਏ? એનર્ਜੀ ਪਹਿਲਾਂ ਹੀ ਸਾਡੇ ਕੋਲ ਬਹੁਤ ਲਿਮਿਟਿਡ ਹੈ। ਸੋ ਇਹ ਕਹਿ ਸਕਦੇ ਵੀ ਇਹਦੇ ਨਾਲ ਕਿਸੇ ਵੀ ਆਪਾਂ ਸਰੀਰਕ ਤੇ ਮਾਨਸਿਕ ਪ੍ਰੋਬਲਮ ਨੂੰ ਹੱਲ ਕਰ ਸਕਦੇ ਹਾਂ, ਪਰ ਮਸਲਾ ਕੀ ਹੈ? ਵਿਸ਼ਵਾਸ ਤੇ ਸਬਰ ਚਾਹੀਦਾ। ਪੇਸ਼ੈਂਟ ਠੀਕ ਹੋਏ ਨੇ, ਕਿਉਂਕਿ ਦਰਸ਼ਕ ਜਿਹੜੇ ਦੇਖ ਰਹੇ ਹੋਣਗੇ ਵੀ ਐਂ ਹਵਾ 'ਚ ਗੱਲਾਂ ਮਾਰੀ ਜਾਂਦੇ ਨੇ, ਇਹ ਕਿੱਡੀ ਗੱਲ ਹੈ, ਅਸੀਂ ਵੀ ਕਰਾ ਲਾਂਗੇ, 4 ਪੱਥਰ ਰੱਖ ਕੇ ਅਸੀਂ ਵੀ ਕੋਲ ਕੱਢ ਕੇ ਕਹਿ ਦਿੰਦੇ ਵੀ ਸਾਨੂੰ ਵੀ ਰੇਕੀ ਦੀ ਵਿੱਦਿਆ ਆਉਂਦੀ ਹੈ, ਤੁਸੀਂ ਤੁਹਾਡੇ ਕੋਲ ਸਰਟੀਫਿਕੇਟ ਵੀ ਆ, ਆਪਾਂ ਉਹ ਵੀ ਦਿਖਾਵਾਂਗੇ। ਪਰ ਜੇ ਮੰਨ ਲਓ ਹੁਣ ਦਰਸ਼ਕਾਂ ਦੇ ਮਨ ਦੇ ਵਿੱਚ ਹੋਵੇ, ਜਾਂ ਮੈਂ ਕਹਿ ਦੇਵਾਂ ਕਿ ਮੈਨੂੰ ਉਹ ਐਡਰੈਸ ਦਿਓ ਵੀ ਜਿਹੜੇ ਪੇਸ਼ੈਂਟ ਤੁਹਾਡੇ ਤੋਂ ਠੀਕ ਹੋਏ ਨੇ। ਦੇਖੋ, ਪਹਿਲੀ ਇੱਕ ਚੀਜ਼, ਪੇਸ਼ੈਂਟ ਤਾਂ ਬਹੁਤ ਠੀਕ ਹੋ ਕੇ ਆਪਦੇ ਕੰਮ ਵੀ ਲੱਗ ਗਏ। ਉਹ ਹੁਣ ਵੀ ਉਹਨਾਂ ਦਾ ਫੀਡਬੈਕ ਸੁਣ, ਕਿਉਂਕਿ ਮੇਰੇ ਕੋਲ ਕੋਈ ਨਹੀਂ ਆਉਂਦਾ, ਮੈਂ ਸਿਰਫ ਆਨਲਾਈਨ ਹੀਲਿੰਗਸ ਕਰਦਾ ਸਾਰੀ ਦੁਨੀਆ ਜਾਣ ਦੇ ਲੋਕਾਂ ਦੀਆਂ, ਕਿਉਂਕਿ ਜ਼ਰੂਰਤ ਨਹੀਂ ਪੈਂਦੀ ਹੈਗੀ। ਫਿਰ ਜਿਹੜੀ ਤੁਸੀਂ ਪੇਸ਼ੈਂਟ ਠੀਕ ਹੋਣ ਦੀ ਗੱਲ ਕਰਦੇ ਆ, ਪੇਸ਼ੈਂਟ ਠੀਕ ਹੋ ਜਾਂਦੇ ਆ, ਅੱਗੇ ਰੈਫਰੈਂਸ ਦੇ ਦਿੰਦੇ ਆ, ਭਾਜੀ ਉਹਨਾਂ ਕੋਲੋਂ ਕਰਾਓ ਤੁਸੀਂ ਟ੍ਰੀਟਮੈਂਟ, ਤੇ ਉਹ ਠੀਕ ਹੋ ਜਾਣਗੇ। ਫਿਰ ਸਭ ਤੋਂ ਵੱਡੀ ਇੱਕ ਗੱਲ ਮੈਂ ਕਹਿੰਦਾ, ਸਬਰ ਜ਼ਰੂਰੀ ਹੈ, ਕਿਉਂਕਿ ਲੋਕਾਂ ਦਾ ਆਪਣਾ ਹੀ ਪੈਰ ਤਿਲਕ ਜਾਂਦਾ ਵੀ ਨਹੀਂ ਯਾਰ ਅਸੀਂ ਨਹੀਂ ਕਰਾਉਣੀ। ਉਹ ਕਹਿੰਦੇ ਵੀ 3-4 ਦਿਨ ਦੇ ਵਿੱਚ ਕੋਈ ਚਮਤਕਾਰ ਕਰੋ ਵੀ ਠੀਕ ਹੋ ਜਾਈਏ। ਵੀ ਦਵਾਈ ਤਾਂ ਅਸੀਂ ਪਹਿਲਾਂ ਵੀ ਖਾਂਦੇ, ਮੈਂ ਪਹਿਲੇ ਦਿਨ ਤੋਂ ਕਹਿੰਦਾ ਵੀ ਮੈਨੂੰ ਪ੍ਰੈਸ਼ਰਾਈਜ਼ ਨਾ ਕਰੋ ਵੀ ਸਾਨੂੰ ਹੁਣੇ ਠੀਕ ਕਰ। ਹੀਲਿੰਗ ਅੱਜ ਵੀ ਉਨੀ ਓ ਪਾਵਰਫੁਲ ਆ, 10 ਦਿਨ ਬਾਅਦ ਵੀ ਉਨੀ ਓ ਪਾਵਰਫੁਲ ਰਹੂਗੀ। ਡਿਪੈਂਡ ਕਰਦਾ ਤੁਹਾਡਾ ਔਰਾ ਤੇ ਤੁਹਾਡੇ ਚੱਕਰਾਂ ਦੇ ਉੱਤੇ ਵੀ ਕਿੰਨਾ ਨੈਗੇਟਿਵ ਇਫੈਕਟ ਹੈਗਾ, ਤੇ ਉਹਨੂੰ ਕਲੀਨ ਆਊਟ ਕਰਾਂਗੇ ਤੇ ਆਟੋਮੈਟਿਕਲੀ ਸਾਫ਼ ਹੋਣਾ। ਇਹ ਤਾਂ ਮੈਂ ਜਿਵੇਂ ਗੰਦਲਾ ਪਾਣੀ ਹੈ, ਉਹ ਇੱਕ ਦਿਨ 'ਚ ਤਾਂ ਸਾਫ਼ ਹੋਣ ਤੇ ਰਿਹਾ, ਪਹਿਲਾਂ ਗੰਦਾ ਪਾਣੀ ਜਾਂਦਾ ਜਾਊ, ਪਿੱਛੋਂ ਨਵਾਂ ਪਾਣੀ ਆਉਂਦਾ ਰਹੂ, ਇੱਕ ਦਿਨ ਜਾ ਕੇ ਬਿਲਕੁਲ ਸਾਫ਼ ਹੋ ਜਾਣਾ ਤੇ ਉਹਨੇ ਬਿਲਕੁਲ ਠੀਕ ਹੋ ਜਾਣਾ। ਅੱਛਾ, ਮੈਂ ਚਾਹੁੰਦਾ ਵੀ ਜਿਹੜੇ ਦਰਸ਼ਕ ਦੇਖ ਰਹੇ ਹੋਣਗੇ, ਕਿਉਂਕਿ ਦਰਸ਼ਕੋ ਤੁਹਾਡੇ ਮਨ ਦੇ ਵਿੱਚ ਵੀ ਬੜੇ ਸਵਾਲ ਹੋਣਗੇ, ਕਿਉਂਕਿ ਮੇਰੇ ਮਨ ਦੇ ਵਿੱਚ ਜਿੰਨੇ ਕੁ ਸਵਾਲ ਸੀ ਮੈਂ ਪੁੱਛਣੇ ਜ਼ਰੂਰੀ ਸਮਝੇ, ਕਿਉਂਕਿ ਵੀਡੀਓ ਦੇ ਵਿੱਚ ਜ਼ਿਆਦਾ ਲੰਬੀ ਵੀਡੀਓ ਨਾ ਹੋਵੇ, ਮੈਂ ਇਹ ਚਾਹੁੰਦਾ। ਤੁਹਾਡੇ ਮਨ ਦੇ ਵਿੱਚ ਜਿੰਨੇ ਕੁ ਸਵਾਲ ਹੋਣਗੇ ਤੁਸੀਂ ਡਾਇਰੈਕਟਲੀ ਬਾਈ ਉਹਨਾਂ ਨੂੰ ਪੁੱਛ ਸਕਦੇ ਹੋ, ਕਿਉਂਕਿ ਇਹ ਵਿੱਦਿਆ ਐਸੀ ਵਿੱਦਿਆ ਆ, ਮੈਂ ਜਦ ਪਹਿਲੀ ਵਾਰ ਸੁਣਿਆ ਤਾਂ ਮੈਨੂੰ ਕਿਤੇ ਨਾ ਕਿਤੇ ਲੱਗਿਆ ਵੀ ਨਹੀਂ, ਇਹ ਪੂਰਾ ਅੰਧ ਵਿਸ਼ਵਾਸ ਹੈ। ਕਿਉਂਕਿ ਲੋਕ 21ਵੀਂ ਸਦੀ ਦੇ ਵਿੱਚ ਜੀ ਰਹੇ ਨੇ, ਜਿੱਥੇ ਲੋਕ 25-25, 26-26, 30-30 ਲੱਖ ਰੁਪਇਆ ਲਾ ਕੇ MBBS ਦੀਆਂ ਡਿਗਰੀਆਂ ਲਈ ਫਿਰਦੇ ਨੇ, ਕਿ ਕੀ ਇਹ ਜਿਹੜੀ ਆ ਇਹ ਪੱਥਰਾਂ ਦੇ ਨਾਲ ਬਸ ਆਪਾਂ ਰੱਬ ਨੂੰ ਯਾਦ ਕਰਕੇ ਜਾਂ ਹੱਥ ਜਿਹੜੇ ਆਪਣੇ ਕੋਲ ਪਾਵਰਾਂ ਹੁੰਦੀਆਂ ਨੇ ਕਹਿਣ ਦੀ ਗੱਲ ਹੈ, ਕਿ ਇਹ ਅਸਲ ਦੇ ਵਿੱਚ ਪਾਵਰਾਂ ਹੈ ਵੀ ਕਿ ਨਹੀਂ? ਇਹ ਵੀ ਤੁਸੀਂ ਸਵਾਲ ਡਾਇਰੈਕਟਲੀ ਕਰ ਸਕਦੇ, ਇਹਨਾਂ ਦੇ ਵੀ ਜਵਾਬ ਜਿਹੜੇ ਨੇ ਬਾਈ ਤੁਹਾਨੂੰ ਡਾਇਰੈਕਟ ਹੋ ਦੇਣਗੇ। ਵੀਰੇ ਆਪਣਾ ਕੰਟੈਕਟ ਨੰਬਰ ਤੇ ਐਡਰੈਸ ਦੱਸ ਦਿਓ ਵੀ ਕਿਸ ਤਰੀਕੇ ਨਾਲ ਤੁਹਾਡੇ ਤੋਂ ਕੰਟੈਕਟ ਕੀਤਾ ਜਾਵੇ। ਮੈਂ ਨਾ ਇੱਕ ਤੁਹਾਨੂੰ ਬਹੁਤ ਜ਼ਰੂਰੀ ਤੇ ਲਾਸਟ ਗੱਲ ਤੁਹਾਨੂੰ ਮੈਂ ਇੱਕ ਕਹਿਣਾ ਚਾਹੁੰਦਾ, ਇਹ ਵਿੱਦਿਆ ਕਿਤੇ ਮੈਂ 1-2 ਦਿਨਾਂ 'ਚ ਨਹੀਂ ਸਿੱਖੀ ਵੀ ਹਫ਼ਤੇ ਸਿੱਖੀ, ਮੈਨੂੰ 10 ਸਾਲ ਹੋ ਗਏ ਇਸ ਲਾਈਨ ਦੇ ਵਿੱਚ। 10 ਸਾਲ ਦਾ ਐਕਸਪੀਰੀਅੰਸ ਹੋ ਗਿਆ, ਇੰਨੇ ਪੇਸ਼ੈਂਟਸ ਮੈਂ ਡੀਲ ਕਰ ਚੁੱਕਿਆ ਜਾਂ ਇੰਨੇ ਲੋਕਾਂ ਦੇ ਜਿਹੜੇ ਪ੍ਰੋਬਲਮ ਸੀਗੇ ਸੁਣੀਆਂ ਦੇਖੀਆਂ। ਫਿਰ ਇਹ ਹੀਲਿੰਗ ਦੇ ਨਾਹੀਂ ਉਹਨਾਂ ਦੇ ਤੇ ਜਦੋਂ ਅਪਲਾਈ ਕਰਨੀ ਸ਼ੁਰੂ ਕਰੀਆਂ, ਫਿਰ ਇਹਦੇ ਰਿਜ਼ਲਟਸ ਜਦੋਂ ਪੋਜ਼ਿਟਿਵ ਆਉਣ ਲੱਗੇ ਤੇ ਫਿਰ ਹੋਰ ਕੌਨਫੀਡੈਂਸ ਬਿਲਡਅਪ ਹੋਇਆ ਵੀ ਇਹਦੇ ਨਾਲ ਅਸੀਂ ਕਿਹੜੀ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹਾਂ ਤੇ ਕੀ ਕਿਸੇ ਦੀ ਹੈਲਪ ਕਰ ਸਕਦੇ ਹਾਂ। ਕਿਉਂਕਿ ਕੋਈ ਵੀ ਕੰਮ ਬਿਨਾਂ ਮਿਹਨਤ ਤੋਂ ਕਾਮਯਾਬੀਆਂ ਨਹੀਂ ਮਿਲਦੀਆਂ। ਤੁਸੀਂ ਇਹ ਬਿਲਕੁਲ ਨਾ ਸੋਚਿਓ ਵੀ 4 ਪੱਥਰ ਲੈ ਕੇ ਕੋਈ ਕੁਛ ਵੀ ਕਰ ਸਕਦਾ ਹੈ।
ਜ਼ਰੂਰੀ ਨਹੀਂ ਹੈ ਕਿ ਕ੍ਰਿਸਟਲਸ ਯੂਜ਼ ਹੀ ਕਰੇ ਜਾਣ। ਆ ਪਰਮਾਤਮਾ ਨੇ ਹੱਥ ਦਿੱਤੇ 'ਚ ਬਹੁਤ ਸ਼ਕਤੀਆਂ ਨੇ, ਪਰ ਬਿਨਾਂ ਗੁਰੂ ਤੋਂ ਇਹ ਵਿੱਦਿਆ ਸਫਲ ਨਹੀਂ ਹੈਗੀ। ਮੇਰਾ ਜਿਹੜਾ ਮੇਰਾ ਗੁਰੂ ਸੀ ਜਿਹਨੇ ਮੈਨੂੰ ਇਹ ਵਿੱਦਿਆ ਸਿਖਾਈ ਹੈ, ਉਹ ਬੰਗਾਲ ਤੋਂ ਸੀਗਾ, ਕੋਲਕਾਤਾ ਤੋਂ, ਅਤੇ ਉਹਨਾਂ ਨੇ ਮੇਰੇ ਉੱਤੇ 1.5 ਸਾਲ ਲਾਇਆ। ਉਹਨਾਂ ਨੇ ਆਪਣਾ 1.5 ਸਾਲ ਮੇਰੇ ਉੱਤੇ ਲਾਇਆ। ਉਹ ਤੋਂ ਬਾਅਦ ਮੈਂ 10 ਸਾਲ ਆਪ ਪ੍ਰੈਕਟਿਸ ਕਰੀ ਹੈ। ਇਹ ਪ੍ਰੈਕਟਿਸ ਕਰਨ ਤੋਂ ਬਾਅਦ ਫਿਰ ਮੈਂ ਲੋਕਾਂ ਨੂੰ ਕਈ ਵਹਿਮ ਵੀ ਸੀਗੇ ਇਸ ਵਿੱਦਿਆ ਦੇ ਪ੍ਰਤੀ, ਉਹ ਵੀ ਲੋਕਾਂ ਦੇ ਬਾਹਰ ਕੱਢੇ। ਤੁਹਾਨੂੰ ਮੈਂ ਇੱਕ ਜਾਂਦਾ ਇੱਕ ਤੁਹਾਨੂੰ ਮੈਂ ਦੇ ਕੇ ਜਾਂਦਾ ਟਿਪਸ, ਤੁਸੀਂ ਆਪ ਅਪਲਾਈ ਕਰਕੇ ਦੇਖਿਓ। ਦੁਨੀਆ ਕਹਿੰਦੀ ਹੈ ਨਾ ਵੀ ਰੱਬ ਕਿੱਥੇ ਹੈ, ਦਿਖਦਾ ਨਹੀਂ ਹੈਗਾ। ਤੁਹਾਨੂੰ ਪ੍ਰਕਾਸ਼ ਦਿਖਾਵਾਂ, ਤੁਸੀਂ ਆਪ ਦੇਖੋ। ਰੱਬ ਨੇ ਤੁਹਾਡੇ ਅੰਦਰ ਇੱਕ ਐਸੀ ਸ਼ਕਤੀ ਪਾ ਕੇ ਭੇਜੀ ਹੈ, ਤੁਸੀਂ ਪੈਦਾ ਹੁੰਦੇ ਹੋ ਅਤੇ ਇੱਦਾਂ ਹੀ ਮਰ ਜਾਂਦੇ ਹੋ, ਪਾਵਰ ਬਾਰੇ ਪਤਾ ਹੀ ਨਹੀਂ ਲੱਗਦਾ ਪਿਆ। ਹੁਣ ਤੁਸੀਂ ਕੰਮ ਕੀ ਕਰਨਾ, ਆ ਤੁਹਾਡੇ ਕੰਨ ਨੇ ਨਾ ਦੋਨੋਂ, ਆ ਕੰਨ ਦੀਆਂ ਪੁੜਪੜੀਆਂ ਨੇ, ਇਹਨੂੰ ਅੰਦਰ ਦੱਬ ਲਓ ਤਾਂ ਕਿ ਬਾਹਰਲੀਆਂ ਆਵਾਜ਼ਾਂ ਅੰਦਰ ਨਾ ਐਂਟਰ ਕਰਨ। ਫਿਰ ਤੁਸੀਂ ਦੱਬ ਲਓ ਆਪਣੀਆਂ ਅੱਖਾਂ ਨੂੰ। ਹੁਣ ਇਹ ਅੱਖਾਂ ਤੇ ਜਦੋਂ ਕੰਨ ਦੱਬੇ ਜਾਣੇ ਆ, ਬਾਹਰੋਂ ਆਵਾਜ਼ਾਂ ਆਉਣੀਆਂ ਬੰਦ ਹੋ ਜਾਣੀਆਂ। ਤੁਸੀਂ ਦੇਖਣਾ ਸ਼ੁਰੂ ਕਰ ਦਿਓ, ਅੰਦਰ ਇੱਕ ਵਾਈਟ ਬਰਾਈਟ ਲਾਈਟ ਸ਼ੁਰੂ ਹੋ ਜਾਣੀ ਹੈ। ਉਹ ਇੰਨੀ ਤੇਜ਼ ਹੁੰਦੀ ਹੈ ਵਾਈਟ ਲਾਈਟ, ਉਹ ਵੀ ਉਹਦੇ ਬਰਾਬਰ ਕੋਈ ਪਾਵਰ ਤੁਹਾਨੂੰ ਦਿਖਣੀ ਨਹੀਂ ਹੈਗੀ, ਪਰ ਉਹ ਚੁੱਭਦੀ ਨਹੀਂ ਹੈਗੀ, ਇੰਨੀ ਮਿੱਠੀ ਹੁੰਦੀ ਆ ਉਹ। ਇਹ ਪ੍ਰੈਕਟਿਸ ਕਰੋ ਤੁਸੀਂ, ਇਹ ਪ੍ਰੈਕਟਿਸ ਕਰੇ ਤਾਂ ਫਿਰ ਤੁਹਾਨੂੰ ਪਤਾ ਲੱਗੂ। ਜਿਹੜੀ ਗੁਰੂ ਸਾਹਿਬ ਗੱਲ ਕਹਿੰਦੇ ਆ ਨਾ, ਜੋ ਬ੍ਰਹਮੰਡੇ ਸੋਈ ਪਿੰਡੇ, ਜਿਹੜਾ ਕੁਝ ਬਾਹਰ ਪਿਆ ਉਹ ਸਾਰਾ ਕੁਝ ਅੰਦਰ ਪਿਆ। ਫਿਰ ਤੁਹਾਨੂੰ ਚੀਜ਼ਾਂ ਸਮਝਣ ਲੱਗਣੀਆਂ ਨੇ। ਜਿੱਦਾਂ ਤੁਸੀਂ ਸਮਝਣਾ ਚਾਹੋਗੇ ਫਿਰ ਤੁਹਾਨੂੰ ਸਮਝ ਆਊਗੀ। ਜੇ ਤੁਸੀਂ ਨੁਕਤਾਚੀਨੀ ਉਹ ਕਰਨੀ ਹੈ ਫਿਰ ਤਾਂ ਇਹਦੇ ਦਾ ਕੋਈ ਲਿਮਿਟ ਨਹੀਂ। ਪਹਿਲਾਂ ਕਰਦੇ ਆਏ ਸੀ ਲੋਕੀ, ਅੱਗੇ ਨੂੰ ਵੀ ਕਰਦੇ ਰਹਿਣਾ ਲੋਕ। ਜਿਨ੍ਹਾਂ ਨੇ ਲਾਹਾ ਲੈਣਾ ਉਹਨਾਂ ਨੇ ਲੈ ਲੈਣਾ। ਅਤੇ ਮੈਂ ਖੰਨੇ ਤੋਂ ਬਿਲੋਂਗ ਕਰਦਾ। ਮੇਰਾ ਫ਼ੋਨ ਨੰਬਰ ਹੈਗਾ 8968946801, ਅਤੇ ਤੁਸੀਂ ਮੈਨੂੰ ਕਦੇ ਵੀ ਮੈਸੇਜ ਕਰੋ, WhatsApp 'ਤੇ ਕਰ ਲਓ। ਮੈਂ ਫਿਰ ਰਿਪੀਟ ਕਰਦਾ 8968946801। ਜੇ ਤੁਹਾਡੀ ਫੇਸਬੁੱਕ ਤੇ ਪ੍ਰੋਫਾਈਲ ਵੀ ਹੈ, ਮੈਂ ਚਾਹੁੰਦਾ ਵੀ ਉਹ ਵੀ ਆਪਣਾ ਦੱਸ, ਕਿਉਂਕਿ ਕਈ ਲੋਕ ਜਿਹੜੇ ਫੇਸਬੁੱਕ ਤੇ ਦੇਖ ਰਹੇ ਹੋਣਗੇ ਉਹ ਸਿੱਧਾ ਤੁਹਾਡੀ ਪ੍ਰੋਫਾਈਲ ਤੇ ਵੀ ਤੁਹਾਡੇ ਨਾਲ ਕੰਟੈਕਟ ਕਰ ਸਕਦੇ। ਹਾਂਜੀ, ਮੇਰਾ ਪੇਜ ਹੈਗਾ ਲਾਈਫ ਕੋਚ ਰਣਦੀਪ ਸਿੰਘ ਦੇ ਨਾਂ 'ਤੇ ਹੈ। ਤੁਸੀਂ ਕਦੇ ਵੀ ਮੈਨੂੰ ਸਰਚ ਕਰਕੇ ਮੈਸੇਜ ਕਰ ਦਿਓ, ਜਾਂ ਤੁਹਾਨੂੰ ਕੋਈ ਵੀਡੀਓ ਪਸੰਦ ਆਉਂਦੀ ਤਾਂ ਮੈਨੂੰ ਸ਼ੇਅਰ ਕਰ ਦਿਓ ਵੀ ਸਾਨੂੰ ਇਹਦੇ ਉੱਤੇ ਹੋਰ ਦੱਸੋ ਖੁੱਲ੍ਹ ਕੇ ਵੀ ਹੋਰ ਕੀ ਕੁਝ ਕਹਿ ਸਕਦੇ ਹਾਂ ਆਪਾਂ ਇਸ ਚੀਜ਼ ਦੇ ਉੱਤੇ। ਬਹੁਤ ਬਹੁਤ ਧੰਨਵਾਦ ਰਣਦੀਪ ਵੀਰੇ। ਸੋ ਇਹ ਸਨ ਲਾਈਫ ਕੋਚ ਰਣਦੀਪ ਸਿੰਘ। ਆ ਤੁਸੀਂ ਦੇਖਿਆ ਕਿ ਕੁਝ ਪੱਥਰ ਨੇ ਇਹ, ਜਿਨ੍ਹਾਂ ਦੇ ਨਾਲ ਜਿਨ੍ਹਾਂ ਦੀ ਵਿੱਦਿਆ ਬਾਈ ਨੇ ਹਾਸਲ ਕੀਤੀ ਹੋਈ ਹੈ। ਅਤੇ ਇਹ ਉਹ ਚੀਜ਼ ਹੈ ਵੀ 12-13 ਸਾਲ ਦੀ ਜਿਹੜੀ ਬਿਮਾਰੀ ਹੁੰਦੀ ਹੈ ਨਾ, ਉਹ ਮੈਂ ਕਹਿ ਸਕਦਾ ਵੀ 3 ਜਾਂ 4 ਮਹੀਨੇ ਦੇ ਵਿੱਚ ਜਿਹੜੀ ਹੈ ਉਹ ਜੜ ਤੋਂ ਖਤਮ ਕਰ ਦਿੱਤੀ ਜਾਂਦੀ ਹੈ। ਇਹ ਉਹ ਪੱਥਰ ਨੇ, ਇਤਿਹਾਸਿਕ ਪੱਥਰ ਨੇ। ਮੈਂ ਕਹਿ ਦੇਵਾਂ ਕਿ ਇਹ ਆਮ ਪੱਥਰ ਨਹੀਂ ਹੈਗੇ ਵੀ ਆਪਾਂ ਇੱਥੋਂ ਹੀ ਕਿਤੋਂ ਚੱਕ ਕੇ ਪੱਥਰ ਲੈ ਕੇ ਬੰਦਾ ਬਹਿ ਗਿਆ। ਪ੍ਰੋਪਰ ਸਰਟੀਫਿਕੇਟ ਆ ਬਾਈ ਉਹਨਾਂ ਕੋਲੇ ਰੇਕੀ ਦਾ, ਜਿਹੜਾ ਸਿੱਖੇ ਹੋਏ ਨੇ ਵੀ ਇਹ ਰੇਕੀ ਦਾ ਪ੍ਰੋਪਰ ਸਰਟੀਫਿਕੇਟ ਹੈ। ਯਾਨੀ ਕਿ ਉਹ ਚੀਜ਼ ਹੈ ਵੀ ਜਿਹੜੀ ਸਾਡੇ ਪੁਰਖਿਆਂ ਦੇ ਵਿੱਚ, ਰਿਸ਼ੀਆਂ ਮੁਨੀਆਂ ਦੇ ਵਿੱਚ ਜਿਹੜੀ ਆ ਚੀਜ਼ਾਂ ਹੁੰਦੀਆਂ ਸੀ, ਉਹ ਇਹ ਵਿੱਦਿਆ ਦਾ ਇਸਤੇਮਾਲ ਕਰਕੇ ਉਸ ਸਮੇਂ ਦੇ ਵਿੱਚ ਟਰੀਟ ਕਰਦੇ ਹੁੰਦੇ ਸੀ, ਆਪਣੀ ਬਾਡੀ ਨੂੰ ਹੀਲ ਕਰਦੇ ਹੁੰਦੇ ਸੀ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਨੰਬਰ ਤੁਹਾਡੇ ਕੋਲ ਪਹੁੰਚ ਗਿਆ, ਪ੍ਰੋਫਾਈਲ ਤੁਹਾਡੇ ਕੋਲ ਪਹੁੰਚ ਗਈ। ਕੋਈ ਮਨਾਂ ਦੇ ਵਿੱਚ ਸਵਾਲ ਨੇ ਨਾ, ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਕੋਈ ਐਸੀ ਚੀਜ਼ਾਂ ਤੁਹਾਨੂੰ ਦਿਖਦੀਆਂ ਨੇ ਤਾਂ ਤੁਹਾਡੇ ਮਨ ਦੇ ਵਿੱਚ ਇੱਕ ਸ਼ੰਕਾ ਹੈ, ਚੱਲ ਆਪਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਹੀ ਵੇਖ ਲੈਂਦੇ ਹਾਂ ਐਤਕੀ। ਮੈਂ ਕਹਿੰਦਾ ਸਿੱਧਾ ਕੰਟੈਕਟ ਕਰੋ ਤੇ ਦੇਖਦੇ ਹਾਂ ਕਿ ਅਸਲ ਦੇ ਵਿੱਚ ਇਹ ਰੇਕੀ ਵਿੱਦਿਆ ਸੱਚ ਹੈ ਵੀ ਜਾਂ ਇੱਕ ਝੂਠ ਹੈ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਐਸੀਆਂ ਹੋਰ ਵੀਡੀਓਜ਼ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲੋਂ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।